मित्र प्यारे हाल मुरी नादा अकाल मूरत आजुनी सैभं गुर प्रसाद जप आदि सच जुगादि सच है भी सच नानक होसी भी चक्र चेहन हर बरन जात हर पात नहिन जेह रूप रंग हर रेख पेख को कह ना सकत के अचल मूरत अनुभव प्रकाश अमितोज कहिजै कोट इंद्र इंद्रान साहे साहान गणिजै तिर भवन महीप सुर नर असुर नेत नेत बन तृण कहत तै सर्व नाम कथ कवन करम नाम बरनत सुमत सज्जन सच्चा पातशाहो सिर शाहां दैशाह जिस पास बैठिया सोहिय सबना दा वेसा जिस पास बैठिया सोहिय सबना दा वेसा सतनाम श्री वाहिगुरु साहिब जी। एक भगत भगवान जेह प्राणी कै नाहि मन जैसे सोकर स्वान नानक मानो ताहे धन। वाहिगुरु जी का खालसा वाहिगुरु जी की फतेह। जुग हो जुग अटल चवर शतर तख्त के मालिक दीन दुनिया के वाली साहिब कमाल सतगुरु धन धन श्री गुरु ग्रंथ साहिब जी महाराज सतगुरां दी पावन पवित्र हजूरी अंदर अमृत वेले दे पावन सजे दीवाना विच हाजरियां भर रही गुरु स्वरूप गुरु खालसा सतसंग जी। आप जी समूह गुरु सिख संतां बड़भागी हो सतगुरां दे पावन चरणां कमलां पास जुड़ करके पावन पवित्र गुरबाणी दे नितनेम आप जी ने सरवण कीते ने। उपरंत लड़ीवार पावन गुरबाणी की कथा विचार सरवण करने वास्ते गुरु प्रेम मंदिर आप जी भेज बैठे हो। आओ मन विरतियां एकाग्र करके सतगुरां दी पावन पवित्र गुरबाणी की कथा विचार श्रवण करिए। मन की एकाग्रता बनाउण लई समूह गुरसिख संतां प्रेम नाल जपना करो जी। सतनाम श्री वाहिगुरु साहिब जीओ। सतनाम श्री वाहिगुरु साहिब जी। एक भगत भगवान जेह प्राणी कै नाहि मन। नौवें पातशाह धन गुरु तेग बहादुर साहिब जी महाराज आप जी दे पावन पवित्र उच्चारण किए हुए श्लोकां की लड़ीवार विचार श्रवण कर रहे हैं। पावन पवित्र 44 नंबर श्लोक है। एक भगत भगवान जेह प्राणी कै नाहि मन। जिस मनुख दे मन दे अंदर एक भगवान की भगती नहीं, एक अकाल पुरख की भगती नहीं, जिसने मनुखा जीवन धारण करके उस वाहिगुरु अकाल पुरख की भगती नूं अपने मन अंदरों विसार दिता है,
ਐਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਧਨ। ਸਤਿਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਸੂਰ ਹੁੰਦਾ ਹੈ ਤੇ ਸਵਾਨ ਜਿਸ ਤਰ੍ਹਾਂ ਕੁੱਤਾ ਹੁੰਦਾ ਹੈ, ਉਸ ਮਨੁੱਖ ਦਾ ਜਿਹੜਾ ਤਨ ਹੈ ਸੂਰ ਦੀ ਨਿਆਈ ਤੇ ਸਵਾਨ ਕੂਕਰ ਕੁੱਤੇ ਦੀ ਨਿਆਈ ਮੰਨਣਾ ਕਰੋ। ਭਾਵ ਇਹ ਹੈ ਕਿ ਮਨੁੱਖ ਦੇ ਜੀਵਨ ਅੰਦਰ ਮਨੁੱਖ ਜਾਂ ਤਾਂ ਰੱਬ ਵਰਗਾ ਜੀ ਸਕਦਾ ਜਾਂ ਪਸ਼ੂਆਂ ਵਰਗਾ ਹੀ ਜੀ ਸਕਦਾ ਹੈ। ਇਹ ਦੋ ਤਰ੍ਹਾਂ ਦਾ ਹੀ ਜੀਵਨ ਹੈ। ਜਦੋਂ ਭਗਤੀ ਬੰਦਗੀ ਵਿਸਾਰ ਦਿੰਦਾ ਹੈ, ਇਹਦੇ ਅੰਦਰ ਪਸ਼ੂਆਂ ਵਾਲਾ ਸੁਭਾਅ ਆ ਜਾਂਦਾ ਹੈ। ਹਰ ਇੱਕ ਪਸ਼ੂ ਦਾ ਆਪਣਾ ਸੁਭਾਅ ਹੁੰਦਾ ਹੈ। ਭਗਤੀ ਤੋਂ ਬਿਨਾਂ ਸੁਭਾਅ ਪਸ਼ੂਆਂ ਵਰਗਾ ਬਣ ਜਾਂਦਾ ਹੈ। ਕੁਝ ਮਨੁੱਖ ਤਾਂ ਐਸੇ ਜਗਤ ਅੰਦਰ ਦੇਖੇ ਗਏ ਜਿਨ੍ਹਾਂ ਨੇ ਦਰਿੰਦਗੀ ਦੀ ਹਰ ਤਰ੍ਹਾਂ ਦੀ ਹੱਦ ਪਾਰ ਕਰ ਦਿੱਤੀ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੈਂਤਾਂ ਦੇ ਨਾਲ ਤਸ਼ਬੀਹ ਦਿੰਦੇ ਨੇ। ਇਹੋ ਜਿਹੇ ਲੋਕ ਦੈਂਤ ਬਿਰਤੀ ਦੇ ਲੋਕ ਨੇ, ਜਿਨ੍ਹਾਂ ਨੇ ਜਗਤ ਦੇ ਅੰਦਰ ਆਪਣਾ ਆਪ ਤਾਂ ਖਰਾਬ ਕੀਤਾ ਜੋ ਜਗਤ ਵਾਸਤੇ ਵੀ ਦੁਖਦਾਇਕ ਬਣ ਗਏ। ਨਿਤਾ ਪ੍ਰਤਾਪਾਂ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਸਰੀਰ ਭਾਵੇਂ ਮਨੁੱਖ ਦਾ ਹੀ ਹੈ, ਪਰ ਜਿਹੜੇ ਕਰਮ ਅਸੀਂ ਕਮਾ ਰਹੇ ਹਾਂ, ਜੋ ਕਰਤੂਤ ਦਾ ਭਾਵ ਕਰਮ ਹੁੰਦਾ, ਜੋ ਕਰਮ ਅਸੀਂ ਕਰ ਰਹੇ ਹਾਂ ਉਹ ਪਸ਼ੂਆਂ ਵਰਗੇ ਨੇ। ਸਾਡਾ ਸੁਭਾਅ ਪਸ਼ੂਆਂ ਵਰਗਾ ਹੈ। ਕਵੀ ਹਰਦਿਆਲ ਸਾਹਿਬ ਜੀ ਕਹਿੰਦੇ ਨੇ, ਮਨੁੱਖ ਜਿਹੜਾ ਹੈ ਸੌਣਾ, ਭੈ ਮੰਨਣਾ, ਪਦਾਰਥਾਂ ਨੂੰ ਭੋਗਣਾ, ਖਾਣਾ, ਇਹਨਾਂ ਚੀਜ਼ਾਂ ਦੇ ਉੱਪਰ ਮਨੁੱਖ ਪਸ਼ੂ ਦੇ ਸਮਾਨ ਹੈ। ਕਿਉਂਕਿ ਪਸ਼ੂ ਵੀ ਸੌਂਦਾ ਹੈ, ਉਹ ਵੀ ਪਦਾਰਥ ਭੋਗਦਾ ਹੈ, ਉਹ ਵੀ ਖਾਂਦਾ ਹੈ, ਫਿਰ ਸੌਂ ਜਾਂਦਾ ਹੈ। ਪਰਿਵਾਰ ਤਾਂ ਪਸ਼ੂ ਵੀ ਪਾਲ ਲੈਂਦਾ ਆਪਣਾ, ਉਹ ਵੀ ਸਾਰਾ ਦਿਨ ਚਾਰੇ ਦੀ ਤਲਾਸ਼ ਦੇ ਵਿੱਚ ਫਿਰਦਾ ਹੈ, ਮਨੁੱਖ ਵੀ ਫਿਰਦਾ ਹੈ। ਕਹਿੰਦੇ ਨੇ ਮਨੁੱਖ ਦੇ ਅੰਦਰ ਕੇਵਲ ਇੱਕੋ ਹੀ ਵੱਧ ਚੀਜ਼ ਹੈ। ਮਨੁੱਖ ਦੇ ਅੰਦਰ ਗਿਆਨ ਦੀ ਅਦਿੱਤਤਾ ਹੈ, ਸੋਝੀ ਦੀ ਅਦਿੱਤਤਾ ਹੈ। ਪਰਮੇਸ਼ਰ ਨੇ ਇਹਦੀ ਬੁੱਧੀ ਵਿੱਚ ਜਿਹੜਾ ਗਿਆਨ ਬਖਸ਼ਿਸ਼ ਕੀਤਾ ਹੈ ਨਾ, ਗਿਆਨ ਦੇ ਤਲ ਤੇ ਮਨੁੱਖ ਜਿਹੜਾ ਪਸ਼ੂ ਨਾਲੋਂ ਅੱਗੇ ਹੈ। ਗਿਆਨ ਬਿਨਾਂ ਪਸ ਜਾਣ, ਜੇ ਗਿਆਨ ਨਹੀਂ ਤਾਂ ਇਸ ਮਨੁੱਖ ਨੂੰ ਪਸ਼ੂ ਦੀ ਨਿਆਈ ਸਮਝਣਾ ਕਰੋ। ਇਹਦੇ ਵਿੱਚ ਤੇ ਪਸ਼ੂ ਵਿੱਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ। ਕਾਰਨ ਨਾ ਪਸ਼ੂ ਨੂੰ ਸੋਝੀ ਹੈ ਭਗਤੀ ਬੰਦਗੀ ਕਰਨ ਦੀ, ਨਾ ਬੰਦੇ ਨੂੰ ਸੋਝੀ ਹੁੰਦੀ ਭਗਤੀ ਬੰਦਗੀ ਕਰਨ ਦੀ। ਇਸ ਕਰਕੇ ਮਨੁੱਖਾਂ ਦਾ ਜਿਹੜਾ ਸੁਭਾਅ ਹੈ ਬਿਨਾਂ ਭਗਤੀ ਤੋਂ, ਬਿਨਾਂ ਬੰਦਗੀ ਤੋਂ ਪਸ਼ੂਆਂ ਵਰਗਾ ਹੋ ਜਾਂਦਾ ਹੈ। ਜਿਹੋ ਜਿਹੇ ਔਗਣ ਉਹਨਾਂ ਵਿੱਚ ਹੁੰਦੇ ਨੇ, ਉੱਦਾਂ ਦੇ ਔਗਣ ਮਨੁੱਖ ਦੇ ਜੀਵਨ ਵਿੱਚ ਆ ਜਾਂਦੇ ਨੇ। ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਗੁਰਮੰਤਰ ਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਨ ਹੈ। ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਪ੍ਰਾਣੀ ਹੈ, ਉਹਦਾ ਜਨਮ ਹੀ ਤ੍ਰਿਗ ਹੈ, ਉਹਦਾ ਜਨਮ ਹੀ ਭ੍ਰਸ਼ਟ ਹੈ। ਜਿਹੜਾ ਗੁਰੂ ਦਾ ਮੰਤਰ ਨਹੀਂ ਜਪਦਾ, ਉਹਦਾ ਜੀਵਨ ਕੈਸਾ ਹੈ? ਮਹਾਰਾਜ ਕਹਿੰਦੇ, ਕੂਕਰ ਹੈ ਸੂਕਰ ਹੈ, ਕਾਕ ਹੈ ਸਰਪ ਨਹਿ ਤੁਲਖਲ ਹੈ। ਉਹਦਾ ਜੀਵਨ ਹੈ ਸੂਰ ਦੀ ਨਿਆਈ। ਉਸ ਮਨੁੱਖ ਦਾ ਜੀਵਨ ਹੈ ਕੂਕਰ ਦੀ ਨਿਆਈ। ਉਸ ਮਨੁੱਖ ਦਾ ਜੀਵਣਾ ਹੈ ਕਾਂ ਦੇ ਵਾਂਗੂ। ਉਸ ਮਨੁੱਖ ਦਾ ਜੀਵਣਾ ਹੈ ਸੱਪ ਦੇ ਵਾਂਗੂ। ਅਖੀਰ 'ਚ ਕਹਿੰਦੇ ਉਹਦਾ ਮਨੁੱਖ ਦਾ ਜੀਵਣਾ ਹੈ ਇਸ ਜਗਤ ਅੰਦਰ ਮੂਰਖਾਂ ਵਾਂਗੂ। ਭਾਵ ਕਿ ਬਾਣੀ ਨੇ ਗੁਰੂ ਦੇ ਮੰਤਰ ਤੋਂ ਹੀਣੇ ਮਨੁੱਖ ਨੂੰ ਤਸ਼ਬੀਹ ਪਸ਼ੂਆਂ ਦੇ ਨਾਲ ਦਿੱਤੀ ਵੀ ਸਾਡਾ ਜੀਵਣਾ ਜਿਹੜਾ ਪਸ਼ੂਆਂ ਦੇ ਵਾਂਗੂ ਹੈ। ਨਾਮ ਬਿਨਾ ਜੋ ਪਹਿਰਾ ਖਾਏ, ਜੋ ਕੂਕਰ ਜੂਠਨ ਮਹਿ ਪਾਏ। ਮਹਾਰਾਜ ਨੇ ਮਨੁੱਖ ਨੂੰ ਕੂਕਰ ਦੀ ਨਿਆਈ ਕਿਉਂ ਆਖਿਆ? ਜਿਵੇਂ ਕੁੱਤਾ ਝੂਠ ਦੇ ਵਿੱਚ ਮੂੰਹ ਮਾਰਦਾ ਹੈ ਨਾ, ਜਿਹੜਾ ਮਨੁੱਖ ਨਾਮ ਤੋਂ ਬਿਨਾ ਕੁਝ ਪਹਿਨਦਾ ਖਾਂਦਾ ਹੈ, ਮਹਾਰਾਜ ਕਹਿੰਦੇ ਕੂਕਰ ਦੀ ਨਿਆਈ ਝੂਠ ਦੇ ਵਿੱਚ ਹੀ ਮੂੰਹ ਪਾਉਂਦਾ। ਨਾਮ ਬਿਨਾ ਜੋ ਪਹਿਰਾ ਖਾਏ, ਜੋ ਕੂਕਰ ਝੂਠਨ ਮਹਿ ਪਾਏ। ਹੁਣ ਉਹ ਵੀ ਝੂਠ ਦੇ ਵਿੱਚ ਮੂੰਹ ਮਾਰਦਾ ਹੈ,
ਨਾਮ ਤੋਂ ਬਿਨਾਂ ਵੀ ਬੰਦਾ ਜੋ ਕੁਝ ਖਾਂਦਾ ਜੀ ਸਭ ਕੁਝ ਇਹਦਾ ਝੂਠ ਹੀ ਹੋਇਆ ਕਰਦਾ ਹੈ। ਸੂਰ ਦਾ ਸੁਭਾਅ ਕੀ ਹੈ? ਸਵੇਰ ਹੁੰਦਿਆਂ ਸਾਰੀਆਂ ਗਲੀਆਂ ਸਾਫ਼ ਕਰ ਦਿੰਦਾ ਹੈ, ਗੰਦਗੀ ਖਾਂਦਾ ਹੈ। ਨਾਮ ਤੋਂ ਵਿਹੂਣਾ ਜਿਹੜਾ ਮਨੁੱਖ ਹੈ, ਨਾਮ ਤੋਂ ਰਹਿਤ ਜਿਹੜਾ ਮਨੁੱਖ ਹੈ, ਮਹਾਰਾਜ ਕਹਿੰਦੇ ਉਹ ਵੀ ਸੂਰ ਦੀ ਨਿਆਈ ਹੈ। ਵੈਸੇ ਤਾਂ ਬਾਬਾ ਕਬੀਰ ਸਾਹਿਬ ਜੀ ਨੇ ਮਨੁੱਖ ਨੂੰ ਸੂਰ ਦੇ ਨਾਲੋਂ ਵੀ ਘਟੀਆ ਦੱਸਿਆ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਤੇਰੇ ਨਾਲੋਂ ਤਾਂ ਸੂਰ ਚੰਗਾ ਹੈ। ਮਨੁੱਖ ਦਾ ਕੰਮ ਹੁੰਦਾ ਗੰਦਗੀ ਖਲੇਰਨਾ, ਤੇ ਸੂਰ ਦਾ ਕੰਮ ਹੁੰਦਾ ਸਵੇਰ ਹੋਣ ਤੋਂ ਪਹਿਲਾਂ ਘੱਟੋ ਘੱਟ ਗਲੀਆਂ ਤਾਂ ਸਾਫ਼ ਕਰ ਹੀ ਦਿੰਦਾ ਹੈ ਨਾ। ਕਬੀਰ ਸਾਕਤ ਤੇ ਸੂਕਰ ਭਲਾ ਆਛਾ ਰਾਖੇਗਾ। ਕਹਿੰਦੇ ਸਾਕਤ ਨਾਲੋਂ ਸੂਰ ਚੰਗਾ, ਘੱਟੋ ਘੱਟ ਪਿੰਡ ਤਾਂ ਸਾਫ਼ ਰੱਖਦਾ ਹੀ ਹੈ ਨਾ, ਗੰਦਗੀ ਤਾਂ ਨਹੀਂ ਪਾਉਂਦਾ। ਪਰ ਮਨੁੱਖ ਦੀ ਜੇ ਹਾਲਤ ਵੇਖੀਏ, ਮਹਾਰਾਜ ਕਹਿੰਦੇ ਖਾਏ ਕਰੈ ਬਦ ਫੈਲੀ ਜਾਣ ਵਿਸੂਕੀ ਵਾੜੀ ਜੀਓ। ਮਨੁੱਖ ਪਦਾਰਥ ਖਾ ਕੇ ਬਦ ਫੈਲੀਆਂ ਹੀ ਕਰਦਾ ਹੈ, ਸੰਸਾਰ ਤੇ ਗੰਦਗੀ ਹੀ ਖਲੇਰਦਾ ਹੈ। ਜਿੰਨਾ ਸਮਾਜ ਦਾ ਢਾਂਚਾ ਵਿਗਾੜਿਆ ਮਨੁੱਖ ਨੇ ਵਿਗਾੜਿਆ, ਪਸ਼ੂ ਨੇ ਥੋੜਾ ਵਿਗਾੜਿਆ। ਉਹ ਤਾਂ ਆਪਣੇ ਸੁਭਾਅ ਦੇ ਵਿੱਚ ਹੀ ਜੀ ਰਹੇ, ਜਿੱਦਾਂ ਦਾ ਪਰਮੇਸ਼ਰ ਨੇ ਉਹਦਾ ਸੁਭਾਅ ਬਣਾਇਆ ਉਦਾਂ ਉਹ ਜੀ ਰਹੇ। ਪਰ ਮਨੁੱਖ ਦੇ ਸੁਭਾਅ ਦੇ ਵਿੱਚ ਨਹੀਂ ਜੀਂਦਾ। ਅੱਜ ਤਾਈਂ ਜਿਤਨੇ ਵੀ ਅਵਤਾਰੀ ਪੁਰਸ਼ ਇਸ ਜਗਤ ਦੇ ਅੰਦਰ ਆਏ ਨੇ, ਉਹ ਮਨੁੱਖ ਨੂੰ ਇੱਕੋ ਗੱਲ ਹੀ ਸਮਝਾਉਣ ਵਾਸਤੇ ਆਏ ਨੇ, ਜੀਵਣਾ ਤੇ ਮਨੁੱਖਾਂ ਵਾਂਗੂ ਜੀਵਣਾ ਹੈ, ਪਸ਼ੂਆਂ ਵਾਂਗੂ ਨਹੀਂ। ਜੇ ਪਸ਼ੂਆਂ ਵਾਂਗੂ ਜੀਵਣਾ ਤੇਰੇ ਵਿੱਚ ਤੇ ਪਸ਼ੂ ਵਿੱਚ ਅੰਤਰ ਕੀ ਰਹਿ ਗਿਆ? ਇਸ ਕਰਕੇ ਪਸ਼ੂ ਵਾਂਗ ਨਾ ਜੀਵਣਾ ਹੈ ਮਨੁੱਖ ਵਾਂਗੂ ਜੀ। ਮਨੁੱਖ ਦਾ ਕਰਮ ਭਗਤੀ ਬੰਦਗੀ ਕਰਨਾ ਹੈ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਏਕ ਭਗਤ ਭਗਵਾਨ ਜਿਹੇ ਪ੍ਰਾਨੀ ਕੈ ਨਾਹਿ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਜਿਸ ਮਨੁੱਖ ਦੇ ਅੰਦਰ ਇੱਕ ਭਗਵਾਨ ਦੀ ਭਗਤੀ ਨਹੀਂ, ਜਿਹਨੇ ਵਾਹਿਗੁਰੂ ਦੀ ਭਗਤੀ ਵਿਸਾਰ ਦਿੱਤੀ, ਉਸ ਮਨੁੱਖ ਦਾ ਜਿਹੜਾ ਸਰੀਰ ਮੰਨੋ ਜਿਸ ਤਰ੍ਹਾਂ ਸੂਰ ਦਾ ਤੇ ਸਵਾਨ ਕੂਕਰ ਦਾ ਕੁੱਤੇ ਦਾ ਸਰੀਰ ਹੁੰਦਾ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਇਹਨਾਂ ਦੇ ਵਾਂਗੂ ਹੀ ਜਾਣਨਾ ਕਰੋ। ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ। ਹੁਣ ਪਾਤਸ਼ਾਹ ਜੀ ਇਸ ਸ਼ਲੋਕ ਵਿੱਚ ਮਨੁੱਖ ਦੇ ਨਾਲੋਂ ਕੂਕਰ ਨੂੰ ਚੰਗਾ ਸਮਝਦੇ। ਪਾਤਸ਼ਾਹ ਕਹਿੰਦੇ ਨੇ ਜਿਵੇਂ ਮਾਲਕ ਦਾ ਘਰ ਕਦੇ ਕੁੱਤਾ ਛੱਡਦਾ ਨਹੀਂ ਨਾ, ਉਹ ਵਫਾਦਾਰ ਰਹਿੰਦਾ ਆਪਣੇ ਮਾਲਕ ਦਾ। ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਤੂੰ ਆਪਣੇ ਮਾਲਕ ਦੇ ਪ੍ਰਤੀ ਵਫਾਦਾਰ ਹੈ, ਆਪਣੇ ਗੁਰੂ ਦੇ ਪ੍ਰਤੀ ਵਫਾਦਾਰ ਹੈ। ਹੁਣ ਸਾਨੂੰ ਲੱਗਦਾ ਹੋਵੇਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸਵਾਨ ਦੇ ਨਾਲ ਤਸ਼ਬੀਹ ਦਿੱਤੀ, ਕੁੱਤਾ ਕਹਿ ਦਿੱਤਾ ਵੀ ਭਗਤੀ ਤੋਂ ਬਿਨਾਂ ਸਾਡਾ ਜੀਵਨਾ ਕੂਕਰ ਵਾਂਗੂ ਹੈ। ਮਹਾਰਾਜ ਹੁਣ ਨਾਲ ਉਦਾਹਰਣ ਦੇ ਕੇ ਸਮਝਾ ਰਹੇ ਨੇ ਵੀ ਤੇਰੇ ਨਾਲੋਂ ਤਾਂ ਕੁੱਤਾ ਚੰਗਾ, ਘੱਟੋ ਘੱਟ ਆਪਣੇ ਮਾਲਕ ਦੇ ਘਰ ਦਾ ਵਫਾਦਾਰ ਤਾਂ ਹੈ ਨਾ। ਕਦੇ ਬਾਬੇ ਬੁੱਲੇ ਸ਼ਾਹ ਜੀ ਨੂੰ ਪੁੱਛੋ, ਬਾਬਾ ਬੁੱਲਾ ਸ਼ਾਹ ਕਹਿੰਦੇ ਨੇ ਰਾਤੀ ਜਾਗੇ ਪੀਰ ਸਦਾਵੇਂ, ਰਾਤੀ ਜਾਗਣ ਕੁੱਤੇ। ਤੂੰ ਆਪਣੇ ਆਪ ਨੂੰ ਰਾਤ ਜਾਗ ਕੇ ਪੀਰ ਸਦਾਉਣਾ ਹੈ, ਰਾਤ ਤਾਂ ਕੁੱਤੇ ਵੀ ਜਾਗਦੇ ਨੇ, ਰਾਤ ਤਾਂ ਉਹ ਵੀ ਜਾਗਦੇ ਨੇ। ਕਹਿੰਦੇ ਸਾਰੀ ਰਾਤ ਪਹਿਰਾ ਦਿੰਦੇ, ਦਿਨੇ ਰੂੜੀ ਤੇ ਸੁੱਤੇ। ਸਾਰੀ ਰਾਤ ਉਹ ਪਹਿਰਾ ਦਿੰਦੇ ਆਪਣੇ ਮਾਲਕ ਦੇ ਘਰ ਦਾ, ਉਹ ਵੀ ਜਾਗਦੇ ਨੇ, ਤੂੰ ਵੀ ਜਾਗਦਾ ਹੈ। ਉਹ ਜਾ ਕੇ ਦਿਨੇ ਰੂੜੀ ਤੇ ਸੌਂ ਜਾਂਦੇ ਨੇ, ਤੂੰ ਵੀ ਸੌਂ ਜਾਂਦਾ ਤੇ ਉਹ ਵੀ ਸੌਂ ਜਾਂਦੇ ਨੇ। ਕਹਿੰਦੇ ਸਾਈਂ ਦਾ ਦਰ ਮੂਲ ਨਾ ਛੱਡਣ, ਭਾਵੇਂ ਵੱਜਣ ਅੱਗੋਂ 100 ਜੁੱਤੇ। ਕਹਿੰਦੇ ਆਪਣੇ ਮਾਲਕ ਦਾ ਦਰ ਮੂਲ ਮਾਤਰ ਨਹੀਂ ਛੱਡਦੇ, ਭਾਵੇਂ ਅੱਗੋਂ 100 ਜੁੱਤੀਆਂ ਕਿਉਂ ਨਾ ਪੈ ਜਾਣ। ਕਹਿੰਦੇ ਉੱਠ ਬੋਲਿਆ ਉੱਠ ਪੀਰ ਮਨਾ ਲੈ, ਨਹੀਂ ਤਾਂ ਬਾਜੀ ਲੈ ਗਏ ਕੁੱਤੇ। ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਉੱਠ ਬੋਲਿਆ ਉੱਠ ਕੇ ਪੀਰ ਮਨਾ ਲੈ, ਨਹੀਂ ਤਾਂ ਬਾਜੀ ਕੁੱਤੇ ਲੈ ਚੱਲੇ ਨੇ। ਤੇਰੇ ਨਾਲੋਂ ਜ਼ਿਆਦਾ ਗੁਣ ਆ, ਉਹ ਘੱਟੋ ਘੱਟ ਆਪਣੇ ਮਾਲਕ ਦੇ ਘਰ ਦੇ ਵਫਾਦਾਰ ਤਾਂ ਹੈ, ਪਰ ਤੂੰ ਆਪਣੇ ਮਾਲਕ ਘਰ ਦਾ ਵਫਾਦਾਰ ਨਹੀਂ ਰਹਿ ਸਕਿਆ।
ਤੂੰ ਉਹਦੀ ਭਗਤੀ ਬੰਦਗੀ ਨਹੀਂ ਕਰ ਸਕਿਆ, ਤੇਰੇ ਅੰਦਰ ਵਫਾਦਾਰੀ ਵਾਲਾ ਕੋਈ ਗੁਣ ਨਹੀਂ। ਸ਼ਾਹ ਮੁਹੰਮਦ ਨੇ ਜਦੋਂ ਖਾਲਸੇ ਦੀ ਮਹਿਮਾ ਵੀ ਕੀਤੀ ਨਾ, ਉਹ ਨਿੰਦਿਆ ਵਾਲੇ ਪੱਖ ਤੇ ਜਦੋਂ ਤੁਰਿਆ ਨਾ, ਤੇ ਉਹ ਸਿੰਘਾਂ ਨੂੰ ਸੱਗ ਵੀ ਕਹਿੰਦਾ ਹੈ। ਸੱਗ ਨਾਮ ਕੁੱਤੇ ਦਾ ਹੁੰਦਾ ਹੈ। ਉਹਨੇ ਇੱਕ ਸ਼ਬਦ ਵਰਤਿਆ, ਕਹਿੰਦਾ ਵੀ ਇਹ ਆਪਣੇ ਗੁਰੂ ਦੇ ਨਾਲ ਵਫਾਦਾਰ ਬੜੇ ਨੇ, ਇਹਨਾਂ ਦੇ ਵਿੱਚ ਗੁਣ ਬੜਾ ਵੀ ਗੁਰੂ ਦੇ ਵਫਾਦਾਰ ਨੇ। ਭਾਵੇਂ ਜੋ ਮਰਜ਼ੀ ਹੋ ਜਾਏ, ਆਰੇ ਚਲਵਾਣੇ ਪੈ ਜਾਣ, ਬੰਦ ਕਟਾਣਾ ਪੈ ਜਾਏ, ਕੋਪਰ ਲੋਹਾਣੇ ਪੈ ਜਾਣ, ਪਰ ਆਪਣੇ ਮਾਲਕ ਦੇ ਘਰ ਤੋਂ ਇਹ ਦੂਰ ਨਹੀਂ ਜਾਂਦੇ, ਆਪਣੇ ਮਾਲਕ ਦਾ ਘਰ ਨਹੀਂ ਛੱਡਦੇ। ਐਸੀ ਵਫਾਦਾਰੀ ਇਹਨਾਂ ਦੇ ਆਪਣੇ ਗੁਰੂ ਦੇ ਪ੍ਰਤੀ। ਔਰ ਜਦੋਂ ਸ਼ਹਾਦਤ ਦੀ ਗੱਲ ਆਵੇ ਤੇ ਪਿੱਛੇ ਨਹੀਂ ਹਟਦੇ। ਵੇਖੋ ਸ਼ਹਾਦਤ ਦਾ ਕਿੰਨਾ ਕੁ ਚਾਅ ਹੁੰਦਾ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਜੰਗ ਕੀਤਾ ਜੀ, ਕਿਲੇ ਦੀ ਦੀਵਾਰ ਨਹੀਂ ਸੀ ਟੁੱਟ ਗਈ। ਜਿਹੜੀ ਤੋਪ ਹੈ ਨਾ, ਭੰਗੀਆਂ ਵਾਲੀ ਤੋਪ, ਇਹ ਤੋਪ ਭੰਗੀ ਮਿਸਲ ਨੇ ਖੋਈ ਸੀ ਅਬਦਾਲੀ ਕੋਲੋਂ। ਜਦੋਂ ਸਿੰਘਾਂ ਨੇ ਅਬਦਾਲੀ ਨੂੰ ਲੁੱਟ ਲਿਆ ਨਾ ਇੱਥੋਂ ਜਾਂਦਿਆਂ, ਤੇ ਉਹ ਜਾਂਦੀ ਵਾਰੀ ਕਹਿ ਗਿਆ ਵੀ ਇਹਨਾਂ ਨੂੰ ਮੈਂ ਅਕਲ ਸਿਖਾਵਾਂਗਾ ਅਗਲੀ ਵਾਰੀ। ਜਿੰਨਾ ਇੱਥੇ ਪਿੱਤਲ ਸੀ ਨਾ, ਸਾਰਾ ਕੁਝ ਲੈ ਗਿਆ ਖੋਹ ਕੇ। ਬਰਾਸ ਤੇ ਪਿੱਤਲ ਦੀ ਬਣੀ ਹੋਈ ਤੋਪ ਲੈ ਕੇ ਆਇਆ। ਉਹਨੂੰ ਇੰਨੀ ਉਹ ਵਜ਼ਨਦਾਰ ਤੋਪ ਸੀ ਨਾ, ਬੜੀ ਮੁਸ਼ਕਲ ਦੇ ਨਾਲ ਉਹਨੂੰ ਖਿੱਚਦੇ ਸਨ, ਤੋੜਦੇ ਸਨ। ਤੇ ਜਦੋਂ ਤੋਪ ਲਿਆ ਕੇ ਉਹਨੇ ਇੱਥੇ ਸਿੰਘਾਂ ਤੇ ਵਰਾ ਦਿੱਤੀ, ਤੇ ਭੰਗੀਆਂ ਦੀ ਮਿਸਲ ਨੇ ਇੱਕੋ ਹੀ ਝਟਕੇ ਵਿੱਚ ਉਹ ਤੋਪ ਖੋਹ ਲਈ ਅਬਦਾਲੀ ਕੋਲੋਂ। ਅੱਜ ਵੀ ਉਹ ਤੋਪ ਭੰਗੀਆਂ ਵਾਲੀ ਮਿਸਲ ਦੀ ਮੌਜੂਦ ਹੈ। ਮਹਾਰਾਜਾ ਰਣਜੀਤ ਸਿੰਘ ਨੇ ਉਸ ਤੋਪ ਦੀ ਵਰਤੋਂ ਕੀਤੀ ਜਦੋਂ, ਉਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੁੰਦੇ ਸਨ ਭਾਈ ਸਾਧੂ ਸਿੰਘ ਜੀ। ਜਦੋਂ ਕਹਿੰਦੇ ਤੋਪ ਦੇ ਗੋਲੇ ਚੱਲੇ ਨਾ, ਤੇ ਖਾਲਸੇ ਨੇ ਸੋਚਿਆ ਵੀ ਕਿਲੇ ਦੀ ਦੀਵਾਰ ਵਿੱਚ ਪਾੜ ਪੈ ਜਾਏਗਾ ਤੇ ਅਸੀਂ ਅੰਦਰ ਵੜ ਜਾਵਾਂਗੇ, ਮੋਰਚਾ ਫਤਿਹ ਹੋ ਜਾਵੇਗਾ। ਉੱਥੇ ਇੱਕ ਜਸੂਸ ਸੀ ਜਿਹੜਾ ਮੁਸਲਮਾਨ ਸੀ, ਦੁਸ਼ਮਣ ਨੇ ਉਹਨੂੰ ਉੱਥੇ ਭੇਜਿਆ ਸੀ। ਘੱਟੋ ਘੱਟ ਵੇਖ ਤਾਂ ਸੀ ਵੀ ਇਹ ਸਿੰਘ ਕਰਦੇ ਕੀ ਨੇ। ਉਹਨੇ ਆਪਣੀ ਕਲਮ ਦੇ ਨਾਲ ਲਿਖਿਆ, ਕਹਿੰਦੇ ਜੀ ਜਦੋਂ 2-3 ਗੋਲੇ ਚੱਲੇ ਨਾ, ਪਾੜ ਪੈ ਗਿਆ ਕੰਧ ਵਿੱਚ, ਤੇ ਸਿੰਘਾਂ ਨੂੰ ਲੱਗਦਾ ਵੀ ਮੋਰਚਾ ਫਤਿਹ ਹੋ ਜਾਏਗਾ, ਪਰ ਕਹਿੰਦੇ ਅਚਾਨਕ ਤੋਪ ਚੱਲਣੀ ਬੰਦ ਹੋ ਗਈ। ਕਹਿੰਦਾ ਮੈਂ ਅੱਗੇ ਵੱਧ ਕੇ ਵੇਖਿਆ ਵੀ ਉਹ ਤੋਪ ਦਾ ਜਿਹੜਾ ਪਹੀਆ ਸੀ ਨਾ, ਉਹ ਟੁੱਟ ਗਿਆ। ਹੁਣ ਉਹਦੇ ਤੋਂ ਬਿਨਾਂ ਤੋਪ ਚੱਲ ਨਹੀਂ ਸੀ ਸਕਦੀ। ਕਹਿੰਦਾ ਫਿਰ ਮੈਂ ਸੋਚਿਆ ਵੀ ਹੁਣੇ ਕੀ ਕਰਨਗੇ। ਕਹਿੰਦੇ ਰੌਲਾ ਪੈ ਗਿਆ ਆਪਸ ਵਿੱਚ। ਤੋਪਚੀ ਜਿਹੜਾ ਸੀ ਨਾ, ਉਹ ਕਹਿਣ ਲੱਗਾ ਵੀ ਤੋਪ ਚੱਲ ਤਾਂ ਜ਼ਰੂਰ ਜਾਏਗੀ, ਇੱਕੋ ਹੀ ਵਿਧੀ ਹੈ ਤੋਪ ਚੱਲਣ ਦੀ, ਵੀ ਇਹਦੇ ਹੇਠਾਂ ਨਾ ਜੇ ਇੱਕ ਪੁਰਸ਼ ਆਪਣਾ ਮੋਢਾ ਦੇ ਦੇ, ਮੋਢੇ ਨਾਲ ਤੋਪ ਦਾ ਜਦੋਂ ਸਹਾਰਾ ਲੱਗ ਜਾਏਗਾ ਨਾ ਤੋਪ ਨੂੰ, ਤੇ ਫਿਰ ਜ਼ਰੂਰ ਚੱਲ ਜਾਏਗੀ। ਕਹਿੰਦਾ ਆਪਸ ਵਿੱਚ ਰੌਲਾ ਜਿਹਾ ਪੈ ਗਿਆ ਉੱਥੇ, ਤੇ ਮੈਂ ਸੋਚਣ ਲੱਗ ਪਿਆ ਵੀ ਇਹ ਹੁਣ ਇੱਕ ਦੂਜੇ ਨੂੰ ਕਹਿੰਦੇ ਹੋਣੇ ਨੇ ਵੀ ਤੁਸੀਂ ਜਾਓ, ਤੁਸੀਂ ਅੱਗੇ ਵਧੋ, ਜਾ ਕੇ ਮੋਢਾ ਦਿਓ ਆਪਣਾ ਆਪਣਾ। ਕਹਿੰਦਾ ਮੈਂ ਸੋਚਿਆ ਵੀ ਬਸ ਬਾਕੀ ਤਾਂ ਗੱਲਾਂ ਹੀ ਨੇ, ਹੁਣ ਰੌਲਾ ਪਏਗਾ, ਹੁਣ ਕੌਣ ਮੂਹਰੇ ਜਾ ਕੇ ਮਰੇ। ਪਰ ਕਹਿੰਦਾ ਮੈਂ ਉਦੋਂ ਹੈਰਾਨ ਹੋ ਗਿਆ ਜਦੋਂ ਮੈਂ ਨੇੜੇ ਹੋ ਕੇ ਸਾਰਾ ਕੁਝ ਵੇਖਿਆ। ਕਹਿੰਦੇ ਸਿੰਘ ਆਪਸ ਵਿੱਚ ਲੜਨ, ਇੱਕ ਆਖੇ ਜੀ ਮੈਂ ਬੁੱਢਾ ਦੇਣਾ, ਦੂਜਾ ਆਖੇ ਮੈਂ ਬੁੱਢਾ ਦੇਣਾ ਹੈ। ਇਸ ਗੱਲ ਪਿੱਛੇ ਲੜਨ। ਇੱਕ ਸਿੰਘ ਕਹੇ ਵੀ ਨਹੀਂ ਮੈਂ ਮੋਢਾ ਦਿਆਂਗਾ, ਦੂਜਾ ਆਖੇ ਮੈਂ ਮੋਢਾ ਦਿਆਂਗਾ। ਕਹਿੰਦੇ ਜਿਵੇਂ ਸ਼ਹਾਦਤ ਦਾ ਝਾਲ ਹੀ ਨਹੀਂ ਪਿਆ ਹੁੰਦਾ ਸਿੰਘਾਂ ਨੂੰ ਵੀ ਅੱਗੇ ਵੱਧ ਕੇ ਸ਼ਹਾਦਤ ਦੇਣੀ ਹੈ, ਇਸ ਤਰ੍ਹਾਂ ਉਹ ਕਰਨ। ਕਹਿੰਦੇ ਅਖੀਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਧੂ ਸਿੰਘ ਜੀ ਸਨ, ਉਹ ਕਹਿੰਦੇ ਵੀ ਤੁਹਾਡਾ ਜਥੇਦਾਰ ਕੌਣ ਹੈ? ਕਹਿੰਦੇ ਜੀ ਤੁਸੀਂ। ਕਹਿੰਦੇ ਫਿਰ ਪਹਿਲਾ ਮੋਢਾ ਮੈਂ ਹੀ ਦਿਆਂਗਾ। ਭਾਈ ਸਾਧੂ ਸਿੰਘ ਜੀ ਨੇ ਜਦੋਂ ਮੋਢਾ ਦਿੱਤਾ ਨਾ, ਤੋਪ ਚੱਲੀ। ਸੱਚ ਜਾਣਿਓ ਸਰੀਰ ਦੀਆਂ ਹੱਡੀਆਂ ਵੀ ਨਹੀਂ ਲੱਭੀਆਂ। ਬਰਾਸ ਤੇ ਤਾਂਬੇ ਦੀ ਪਿੱਤਲ ਦੀ ਬਣੀ ਹੋਈ ਉਹ ਤੋਪ ਸੀ, ਬੜੀ ਭਾਰੀ ਤੋਪ ਸੀ ਉਹ ਜਿਹੜੀ।
ਤੇ ਜਦੋਂ ਤੋਪ ਚੱਲੀ ਤੇ ਸਰੀਰ ਲੱਭਿਆ ਨਹੀਂ, ਤੁੰਬਾ ਤੁੰਬਾ ਹੋ ਗਏ ਭਾਈ ਸਾਧੂ ਸਿੰਘ ਜੀ। ਦੂਜਾ ਸਿੰਘ ਗਿਆ ਜੀ, ਉਹਨੇ ਆਪਣਾ ਮੋਢਾ ਦਿੱਤਾ, ਤੋਪ ਫਿਰ ਚੱਲੀ, ਉਹ ਵੀ ਨਹੀਂ ਲੱਭਿਆ। ਉਹ ਲਿਖਾਰੀ ਕਹਿੰਦਾ ਵੀ ਕਈ ਗੁਰੂ ਕੇ ਸਿੰਘ ਜਿਹੜੇ ਸਨ ਆ ਉੱਥੇ ਇਸ ਤਰ੍ਹਾਂ ਹੀ ਕਹਿੰਦੇ ਮੋਢਾ ਦੇ ਦੇ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਤੇ ਸਿੰਘਾਂ ਨੇ ਮੋਰਚਾ ਫਤਿਹ ਕਰ ਲਿਆ, ਕੰਧ ਵਿੱਚ ਪਾੜ ਪਾ ਦਿੱਤਾ ਕਿਲੇ ਦੀ। ਸ਼ਹਾਦਤ ਦਾ ਚੱਲ ਪਿਆ ਸੀ ਉਹਨਾਂ ਸਿੰਘਾਂ ਨੂੰ, ਕਿਉਂ? ਗੁਰੂ ਦੇ ਪ੍ਰਤੀ ਇੰਨੀ ਵਫਾਦਾਰੀ ਸੀ ਨਾ ਉਹਨਾਂ ਦੇ ਅੰਦਰ। ਸਿੰਘ ਇੱਕੋ ਹੀ ਗੱਲ ਕਹਿੰਦੇ ਸਨ ਵੀ ਸੌਖਾ ਹੀ ਤਰੀਕਾ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਵਾਸਾ ਕਰਨਾ, ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ। ਕਬੀਰ ਸਾਹਿਬ ਜੀ ਨੇ ਇੱਕ ਬੜਾ ਸੁੰਦਰ ਬਚਨ ਉਚਾਰਨ ਕੀਤਾ ਜੀ। ਕਬੀਰ ਜੀ ਕਹਿੰਦੇ ਮੋਹਿ ਮਰਨਾ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ। ਕਹਿੰਦੇ ਰੱਬ ਵੀ ਨਾ ਜੇ ਸੀਸ ਝੁਕਾਉਂਦਾ ਨਾ ਤੇ ਸ਼ਹੀਦਾਂ ਦੀ ਜਗ੍ਹਾ ਦੇ ਉੱਤੇ ਰੱਬ ਸੀਸ ਝੁਕਾਉਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਮਰਨ ਦਾ ਚਾਅ ਤਾਂ ਬੜਾ ਪਰ ਏਦਾਂ ਨਹੀਂ ਮਰਨਾ ਚਾਹੁੰਦਾ, ਰੱਬ ਦੇ ਘਰ ਦੇ ਮੂਹਰੇ ਮਰਨਾ ਚਾਹੁੰਦਾ ਹੈ। ਮਦ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਹਰ। ਕਹਿੰਦੇ ਜਦੋਂ ਰੱਬ ਘਰ ਵਿੱਚੋਂ ਬਾਹਰ ਨਿਕਲੇਗਾ ਨਾ ਤੇ ਮੈਂ ਮੂਹਰੇ ਲੰਮਾ ਪਿਆ ਹੋਵਾਂਗਾ ਤੇ ਮੈਨੂੰ ਵੇਖ ਕੇ ਉਹ ਜ਼ਰੂਰ ਪੁੱਛੇਗਾ ਵੀ ਮੇਰੇ ਦਰ ਤੇ ਕੌਣ ਪਿਆ, ਇਹ ਕੌਣ ਹੈ। ਕਹਿੰਦੇ ਫਿਰ ਘੱਟੋ ਘੱਟ ਮੇਰੀ ਵੀ ਪੁੱਛ ਹੋ ਜਾਏਗੀ ਵੀ ਇੱਥੇ ਵੀ ਕੋਈ ਆ ਕੇ ਤੇਰੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰਕੇ ਹੈ। ਉਹ ਮੈਨੂੰ ਵੀ ਆ ਕੇ ਪੁੱਛੇਗਾ ਵੀ ਇਹ ਕੌਣ ਹੈ। ਘੱਟੋ ਘੱਟ ਉਹਦੀ ਨਜ਼ਰ ਤਾਂ ਪੈ ਜਾਏਗੀ, ਰਹਿਮਤ ਤਾਂ ਉਹਦੀ ਹੋ ਜਾਏਗੀ। ਪ੍ਰਭੂ ਦੇ ਪਿਆਰੇ ਜਿਹੜੇ ਉਹਦੇ ਘਰ ਦੇ ਪ੍ਰਤੀ ਇੰਨੇ ਕੁ ਵਫਾਦਾਰ ਨੇ ਕਿ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ। ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਵੀ ਕੁੱਤਾ ਵੀ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਭਾਵੇਂ ਅੱਗੋਂ 100 ਜੁੱਦੇ ਕਿਉਂ ਨਾ ਵੱਜਦੇ ਹੋਣ। ਰੱਬ ਦੇ ਪਿਆਰੇ ਵੀ ਆਪਣੇ ਮਾਲਕ ਦਾ ਦਰ ਮੂੜ ਮਾਤਰ ਨਹੀਂ ਛੱਡਦੇ, ਭਾਵੇਂ ਕੁਝ ਵੀ ਹੋ ਜਾਏ, ਕਿੰਨੇ ਵੀ ਸੰਕਟ ਕਿਉਂ ਨਾ ਉਹਨਾਂ ਨੂੰ ਸਹਾਰਨੇ ਪੈ ਜਾਣ। ਆਪਣਾ ਆਪ ਤਾਂ ਵਾਰ ਦਿੰਦੇ ਪਰ ਆਪਣੇ ਮਾਲਕ ਦੇ ਘਰ ਦੀ ਵਫਾਦਾਰੀ ਨਹੀਂ ਛੱਡਦੇ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਜੈਸੇ ਆਪਣੇ ਮਾਲਕ ਦਾ ਘਰ ਸਵਾਨ ਕੁੱਤਾ ਨਹੀਂ ਛੱਡਦਾ, ਸਦਾ ਹੀ ਆਪਣੇ ਮਾਲਕ ਦੇ ਘਰ ਦੇ ਮੂਹਰੇ ਬੈਠਾ ਰਹਿੰਦਾ ਹੈ। ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਸ ਵਿਧੀ ਨਾਲ ਇੱਕ ਮਨ ਇੱਕ ਚਿੱਤ ਹੋ ਕਰਕੇ ਤੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨ ਕਰ, ਉਸ ਮਾਲਕ ਦਾ ਸਿਮਰਨ ਕਰ। ਜੈਸੇ ਕੁੱਤਾ ਵਫਾਦਾਰੀ ਨਿਭਾਉਂਦਾ ਨਾ ਆਪਣੇ ਮਾਲਕ ਦੇ ਘਰ ਦੀ, ਉਹਦਾ ਦਰ ਨਹੀਂ ਛੱਡਦਾ, ਤੂੰ ਵੀ ਆਪਣੇ ਮਾਲਕ ਦੇ ਘਰ ਦੀ ਵਫਾਦਾਰੀ ਨਿਭਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਹੇ ਮੇਰੇ ਮਨ ਇੱਕ ਚਿੱਤ ਹੋ ਕਰਕੇ ਪਾਏ। ਕਹੀਏ ਪ੍ਰੇਮ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਭਗਤੀ ਬੰਦਗੀ ਕਰ, ਉਹਨੂੰ ਆਰਾਧਨਾ ਕਰ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਸਤਿਗੁਰੂ ਕਹਿੰਦੇ ਤੂੰ ਜਾ ਕੇ ਤੀਰਥਾਂ ਤੇ ਇਸ਼ਨਾਨ ਵੀ ਕਰਦਾ ਹੈ, ਵਰਤ ਵੀ ਰੱਖਦਾ, ਦਾਨ ਵੀ ਕਰਦਾ, ਫਿਰ ਮਨ ਵਿੱਚ ਗੁਮਾਨ ਵੀ ਬੜਾ ਕਰਦਾ ਵੀ ਮੈਂ ਤੀਰਥਾਂ ਤੇ ਗਿਆ, ਮੇਰੇ ਜਿਹਾ ਕੋਈ ਦਾਨੀ ਕੋਈ ਨਹੀਂ, ਮੈਂ ਵਰਤ ਰੱਖਦਾ ਹਾਂ। ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਕੋਈ ਮੈਲ ਥੋੜਾ ਉਤਰਦੀ ਹੈ, ਕੋਈ ਮਨੁੱਖ ਅੰਦਰੋਂ ਪਵਿੱਤਰ ਥੋੜਾ ਹੁੰਦਾ ਹੈ। ਸਭ ਤੋਂ ਵੱਡਾ ਤੀਰਥ ਤਾਂ ਗੁਰੂ ਦਾ ਸ਼ਬਦ ਹੈ, ਸਭ ਤੋਂ ਵੱਡਾ ਤੀਰਥ ਗੁਰੂ ਹੈ, ਸਭ ਤੋਂ ਵੱਡਾ ਤੀਰਥ ਨਾਮ ਹੈ ਪਰਮੇਸ਼ਰ ਦਾ, ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਅੰਦਰ ਦੀ ਮੈਲ ਉਤਰ ਜਾਂਦੀ ਹੈ। ਤੇ ਜਿਸ ਤੀਰਥ ਵਿੱਚ ਤੂੰ ਇਸ਼ਨਾਨ ਕਰ ਰਹੇ ਆ, ਪਾਤਸ਼ਾਹ ਜੀ ਕਹਿੰਦੇ ਨੇ ਉਸ ਤੀਰਥ ਵਿੱਚ ਇਸ਼ਨਾਨ ਕਰਨ ਦੇ ਨਾਲ ਮੈਲ ਤਾਂ ਨਹੀਂ ਉਤਰਨੀ, ਬਲਕਿ ਉਲਟੀ ਚੜ ਜਾਣੀ ਹੈ। ਗਿਆ ਤਾਂ ਸੀ ਪਾਪ ਦੀ ਮੈਲ ਧੋਣ ਵਾਸਤੇ, ਉਹ ਤਾਂ ਨਹੀਂ ਧੋਤੀ ਗਈ, ਬਲਕਿ ਹੋਰ ਮੈਲ ਚੜ੍ਹ ਗਈ।
ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆ ਦੋਏ ਭਾ ਚੜੀ ਅਸਪੋਰ। ਬਾਹਰ ਧੋਤੀ ਤੁਮੜੀ ਅੰਦਰ ਵਿਸਨ ਕੋਲ, ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ। ਮਹਾਰਾਜ ਜੀ ਕਹਿੰਦੇ ਨੇ ਵੀ ਇਸ਼ਨਾਨ ਕਰਕੇ ਕੁਝ ਪਾਪ ਲਾ ਲਏ ਤੇ ਦੋ ਦੁੱਗਣੇ ਹੋਰ ਚੜਾ ਲਏ, ਕੁਝ ਉਤਾਰ ਲਏ ਤੇ ਦੁੱਗਣੇ ਹੋਰ ਚੜ ਲਏ। ਗੁਮਾਨ ਅੰਦਰ ਪੈਦਾ ਹੋ ਗਿਆ ਵੀ ਮੈਂ ਤੀਰਥਾਂ ਤੇ ਇਸ਼ਨਾਨ ਕਰਕੇ ਆਇਆ, ਇੰਨੀ ਵਾਰੀ ਮੈਂ ਨਹਾਤਾ ਹਾਂ, ਇੰਨੀ ਵਾਰੀ ਇਸ਼ਨਾਨ ਕੀਤਾ ਹੈ। ਵਰਤ ਰੱਖਣਾ, ਵਰਤ ਦਾ ਕੀ ਫਾਇਦਾ ਰੱਖਣ ਦਾ? ਅਰ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ। ਅੰਨ ਨਾ ਖਾਣ ਦੇ ਨਾਲ ਕੀ ਹੁੰਦਾ ਹੈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਅਸੀਂ ਆਪਣੇ ਸਰੀਰ ਨੂੰ ਦੁੱਖ ਦਿੰਦੇ ਹਾਂ। ਆਪਣੇ ਸਰੀਰ ਨੂੰ ਦੁੱਖ ਪ੍ਰਾਪਤ ਹੋ ਰਹੇ ਹੈ ਤੇ ਉਹਦੇ ਨਾਲ ਮਿਲਿਆ ਵੀ ਕੀ? ਰਸ ਵੀ ਗਵਾ ਲਿਆ ਜ਼ਬਾਨ ਦਾ ਤੇ ਸਰੀਰ ਵੀ ਗਵਾ ਲਿਆ ਭੋਜਨ ਨਾ ਛਕ ਕੇ। ਇਹਦੇ ਨਾਲ ਨਾ ਦੁੱਖ ਦੀ ਨਿਵਰਤੀ ਹੈ, ਨਾ ਸੁੱਖ ਦੀ ਪ੍ਰਾਪਤੀ ਹੈ। ਇਹਦੇ ਨਾਲ ਨਾ ਮਨ ਨੂੰ ਟਿਕਾ ਮਿਲਦਾ, ਮਨ ਨੂੰ ਚੈਨ ਮਿਲਦਾ ਹੈ। ਅੰਨ ਦਾ ਤਿਆਗ ਨਹੀਂ ਕਰਨਾ ਚਾਹੀਦਾ। ਅੰਨ ਪਰਮੇਸ਼ਰ ਨੇ ਦਿੱਤਾ ਛਕਣ ਵਾਸਤੇ। ਜੇ ਸੋਚੀ ਜਾਈਏ ਵੀ ਵਰਤ ਰੱਖ ਲਈਏ ਤੇ ਇਹਦੇ ਨਾਲ ਰੱਬ ਖੁਸ਼ ਹੋ ਜਾਏਗਾ, ਅੰਨ ਤਿਆਗਣ ਦੇ ਨਾਲ ਕਦੇ ਵੀ ਰੱਬ ਖੁਸ਼ ਨਹੀਂ ਹੁੰਦਾ, ਉਹ ਪ੍ਰਸੰਨ ਨਹੀਂ ਹੁੰਦਾ। ਅੰਨ ਉਹਨੇ ਛਕਣ ਵਾਸਤੇ ਦਿੱਤਾ ਹੈ, ਜਿੰਨੀ ਕੁ ਜ਼ਰੂਰਤ ਹੈ। ਹਰ ਇੱਕ ਮਨੁੱਖ ਨੂੰ ਅੰਨ ਗ੍ਰਹਿਣ ਕਰਨਾ ਚਾਹੀਦਾ ਹੈ। ਅੰਨ ਤਿਆਗ ਕੇ ਰੱਬ ਨਹੀਂ ਮਿਲਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਮਨੁੱਖ ਵਰਤ ਰੱਖਦਾ ਹੈ, ਵਰਤ ਰੱਖਣ ਦੇ ਨਾਲ ਅੰਨ ਤਿਆਗਣ ਦੇ ਨਾਲ ਵੀ ਕੁਝ ਪ੍ਰਾਪਤ ਨਹੀਂ ਹੁੰਦਾ। ਫਿਰ ਦਾਨ ਕਰਦਾ, ਜਿੰਨਾ ਦਾਨ ਕਰਦਾ ਉਹਨਾਂ ਗੁਮਾਨ ਵੀ ਕਰਦਾ ਹੈ ਵੀ ਮੇਰੇ ਤੋਂ ਵੱਡਾ ਦਾਨੀ ਕੋਈ ਨਹੀਂ। ਸਾਹਿਬ ਜੀ ਕਹਿੰਦੇ ਨੇ ਇਹ ਜਿਹੜੇ ਤਿੰਨ ਕਰਮ ਨੇ, ਤੀਰਥ ਵਰਤ ਅਰ ਦਾਨ ਕਰ। ਤੀਰਥਾਂ ਤੇ ਇਸ਼ਨਾਨ ਕਰਨਾ, ਵਰਤ ਰੱਖਣਾ ਤੇ ਦਾਨ ਕਰਨਾ। ਮਨ ਮੈਂ ਧਰੈ ਗੁਮਾਨ, ਇਹ ਕਰਮ ਕਰਕੇ ਆਪਣੇ ਮਨ ਅੰਦਰ ਬੜਾ ਗੁਮਾਨ ਰੱਖਦਾ ਹੈ, ਹੰਕਾਰ ਕਰਦਾ ਹੈ। ਨਾਨਕ ਨੇਹ ਫਲ ਜਾਤ ਤੇਹ, ਜੋ ਕੁੰਚਰ ਇਸਨਾਨ। ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਨੇ ਇਹਦੇ ਕਰਮ ਇਸ ਤਰ੍ਹਾਂ ਨਿਫਲ ਚਲੇ ਜਾਂਦੇ ਨੇ। ਜਿਵੇਂ ਕੁੰਚਰ ਹਾਥੀ ਇਸ਼ਨਾਨ ਕਰਦਾ ਨਾ, ਇਸ਼ਨਾਨ ਕਰਨ ਤੋਂ ਬਾਅਦ ਕਹਿੰਦੇ ਚਿੱਕੜ ਸੁੰਡ ਵਿੱਚ ਭਰ ਕੇ ਉੱਤੇ ਪਾ ਲੈਂਦਾ ਹੈ। ਰੇਤ ਮਿੱਟੀ ਘੱਟਾ ਸਰੀਰ ਤੇ ਪਾ ਲੈਂਦਾ। ਇਸ਼ਨਾਨ ਕੀਤਾ ਸੀ, ਪਵਿੱਤਰ ਹੋ ਗਿਆ, ਉਲਟੀ ਦੁਗਣੀ ਮੈਲ ਹੋਰ ਚੜ੍ਹ ਗਈ। ਇਹ ਹਾਲ ਜਿਹੜਾ ਹੈ ਨਾ, ਇਹ ਮਨੁੱਖ ਦਾ ਹੈ। ਇੱਕ ਪਾਸੇ ਕਰਮ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ, ਦੂਜੇ ਪਾਸੇ ਹੰਕਾਰ ਦੀ ਹੋਰ ਜ਼ਿਆਦਾ ਮੈਲ ਆਪਣੇ ਆਪ ਨੂੰ ਚਾੜ ਦਿੰਦਾ ਹੈ। ਇਸ ਕਰਕੇ ਜਿਹੜਾ ਧਾਰਮਿਕ ਕਰਮ ਕਰੀਏ ਉਹਦਾ ਗੁਮਾਨ ਕਦੇ ਨਾ ਕਰੀਏ। ਕਵੀ ਸੰਤੋਖ ਸਿੰਘ ਜੀ ਨੇ ਇੱਕ ਬੜੀ ਸੁੰਦਰ ਉਦਾਹਰਨ ਦਿੱਤੀ। ਸਿੱਖ ਕਹਿੰਦੇ ਪਾਤਸ਼ਾਹ ਜਦੋਂ ਧਾਰਮਿਕ ਕਰਮ ਕਰਦਿਆਂ ਗੁਮਾਨ ਪੈਦਾ ਹੋ ਜਾਏ ਤੇ ਫਿਰ ਸਿੱਖ ਨੂੰ ਕੀ ਕਰਨਾ ਚਾਹੀਦਾ? ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਘਿਓ ਹੁੰਦਾ ਹੈ ਨਾ, ਉਹਦਾ ਸੁਭਾਅ ਐਸਾ ਹੁੰਦਾ ਵੀ ਕਫ ਅੰਦਰ ਪੈਦਾ ਕਰ ਦਿੰਦਾ। ਵੈਸੇ ਤਾਂ ਪੁਰਾਣੇ ਸਮੇਂ ਵਿੱਚ ਲੋਕ ਘਿਓ ਬਥੇਰਾ ਖਾ ਲੈਂਦੇ ਸਨ, ਹੁਣ ਕਿੱਥੇ ਪਚਦਾ। ਹੁਣ ਤਾਂ 2 ਚਮਚਿਆਂ ਨਾਲ ਵੀ ਬਲੱਡ ਪ੍ਰੈਸ਼ਰ 150 ਤੋਂ ਟੱਪ ਜਾਂਦਾ। ਹੁਣ ਤਾਂ ਨਹੀਂ ਨਾ ਹਜਮ ਹੁੰਦਾ ਕਿਸੇ ਨੂੰ। ਅੱਗੇ ਤਾਂ ਬਜ਼ੁਰਗ ਕਹਿੰਦੇ ਵੀ ਅਸੀਂ ਪੀਪਾ ਵੀ ਖਾ ਲੈਂਦੇ ਸਾਂ, ਸਰੋਂ ਦਾ ਤੇਲ ਵੀ ਪੀ ਜਾਂਦੇ ਸਾਂ, ਉਦੋਂ ਰੋਗ ਵੀ ਇੰਨੇ ਕੋਈ ਨਹੀਂ ਸੀ ਲੱਗਦੇ। ਹੁਣ ਜਿਹੜਾ ਘਿਓ ਅੱਗੇ ਤਾਕਤ ਦਾ ਕਾਰਨ ਸੀ, ਹੁਣ ਤਾਂ ਡਾਕਟਰ ਕਹਿੰਦਾ ਵੀ ਜੇ 4 ਦਿਨ ਜੀਵਣਾ ਤੇ ਛੱਡ ਦੇ ਖਹਿੜਾ ਜਾਂਦਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉਦਾਹਰਨ ਦਿੰਦੇ ਨੇ, ਗੁਰਸਿੱਖੋ ਘਿਓ ਦਾ ਸੁਭਾਅ ਹੁੰਦਾ ਵੀ ਅੰਦਰ ਕਫ ਪੈਦਾ ਕਰਦੇ ਨੇ, ਤੇ ਜਿਹੜੇ ਸਿਆਣੇ ਪੁਰਸ਼ ਹੁੰਦੇ ਨਾ, ਉਹ ਮਿਸ਼ਰੀ ਲੈ ਕੇ ਘਿਓ ਵਿੱਚ ਰਲਾ ਲੈਂਦੇ ਨੇ। ਮਿਸ਼ਰੀ ਘਿਓ ਦੇ ਵਿੱਚ ਰਲਾ ਕੇ ਤੇ ਦੋਹਾਂ ਨੂੰ ਮਿਲਾ ਕੇ ਜਦੋਂ ਖਾਂਦੇ ਨੇ ਨਾ, ਫਿਰ ਉਹਨਾਂ ਅੰਦਰ ਕਫ ਦਾ ਰੋਗ ਪੈਦਾ ਨਹੀਂ ਹੁੰਦਾ।
ਇਸੇ ਤਰ੍ਹਾਂ ਜਿਹੜੇ ਗੁਰੂ ਕੇ ਪਿਆਰ ਵਾਲੇ ਸਿੱਖ ਨੇ ਨਾ, ਜਿੱਥੇ ਉਹ ਨਾਮ ਜਪਦੇ ਨੇ, ਨਾਮ ਜਪਣ ਨਾਲ ਨਾਲ ਨਾ ਸੇਵਾ ਦੀ ਮਿਸ਼ਰੀ ਵੀ ਵਿੱਚੇ ਪਾ ਲੈਂਦੇ ਨੇ। ਨਾਮ ਵੀ ਜਪਦੇ ਰਹਿੰਦੇ ਨੇ, ਸੇਵਾ ਵੀ ਕਰਦੇ ਰਹਿੰਦੇ ਨੇ। ਨਾਮ ਜਪਣ ਦੇ ਨਾਲ, ਕਿਉਂਕਿ ਹੈ ਤਾਂ ਅਜਰ ਵਸਤੂ ਨਾ, ਬਾਣੀ ਪੜ੍ਹਨੀ ਅਜਰ ਵਸਤੂ ਹੈ, ਇਹਨੂੰ ਜਰਨਾ ਬੜਾ ਕਠਿਨ ਹੈ। ਨਾਮ ਜਪਣਾ ਇਹਨੂੰ ਜਰਨਾ ਬੜਾ ਕਠਿਨ ਹੈ, ਕਿਉਂਕਿ ਕਈ ਵਾਰੀ ਸਾਡਾ ਭਾਂਡਾ ਨਹੀਂ ਬਣਿਆ ਹੁੰਦਾ, ਉਸ ਭਾਂਡੇ ਵਿੱਚ ਅਸੀਂ ਕੀਮਤੀ ਵਸਤੂ ਪਾ ਦਿੰਦੇ ਹਾਂ, ਫਿਰ ਉਹ ਜਰੀ ਨਹੀਂ ਜਾਂਦੀ, ਫਿਰ ਅਹੰ ਭਾਵ ਜਿਹੜਾ ਹਿਰਦੇ ਵਿੱਚ ਪੈਦਾ ਹੋ ਜਾਂਦਾ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੜੇ ਪ੍ਰਭੂ ਦੇ ਪਿਆਰੇ ਨੇ ਨਾ, ਉਹ ਸੇਵਾ ਦੇ ਨਾਲ ਨਾਲ ਸਿਮਰਨ, ਤੇ ਸਿਮਰਨ ਦੇ ਨਾਲ ਨਾਲ ਉਹ ਸੇਵਾ ਕਰੀ ਜਾਂਦੇ ਨੇ। ਕਹਿ ਲਓ ਵੀ ਘਿਓ ਵਿੱਚ ਉਹਨਾਂ ਮਿਸ਼ਰੀ ਮਿਲਾ ਦਿੱਤੀ ਵੀ ਰੋਗ ਨਾ ਲੱਗੇ ਕਿਸੇ ਤਰ੍ਹਾਂ ਦਾ। ਇਸੇ ਤਰ੍ਹਾਂ ਹੀ ਆਹੀ ਤਰੀਕਾ ਹੈ ਸੇਵਾ ਤੇ ਸਿਮਰਨ ਦਾ, ਜਿਹੜਾ ਮਨ ਦੇ ਅੰਦਰ ਗੁਮਾਨ ਅਹੰ ਭਾਵ ਪੈਦਾ ਨਹੀਂ ਹੋਣ ਦਿੰਦਾ। ਮਹਾਂਪੁਰਸ਼ ਬੰਦਗੀ ਕਰਨ ਵਾਲੇ ਸੰਤ ਬਾਬਾ ਸ਼ਾਮ ਸਿੰਘ ਜੀ ਗੁਰਬਾਣੀ ਦਾ ਕੀਰਤਨ ਕਰਦੇ ਸਨ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ। ਉਹਨਾਂ ਦਾ ਜੀਵਨ ਤੁਸੀਂ ਪੜ੍ਹ ਸਕਦੇ ਹੋ। ਡਾਕਟਰ ਭਾਈ ਵੀਰ ਸਿੰਘ ਜੀ ਨੇ ਸੰਤ ਬਾਬਾ ਸ਼ਾਮ ਸਿੰਘ ਜੀ ਦਾ ਜੀਵਨ ਲਿਖਿਆ। ਬਾ ਕਮਾਲ ਦਾ ਜੀਵਨ ਹੈ ਜੀ। ਕਿਤੇ ਤੁਸੀਂ ਪਿਆਰ ਨਾਲ ਉਹਨਾਂ ਦਾ ਜੀਵਨ ਪੜ੍ਹ ਲਓ ਤੇ ਤੁਹਾਡਾ ਮਨ ਵਿਸਮਾਦ ਹੋ ਜਾਏਗਾ ਵੀ ਕਿਹੋ ਜਿਹੇ ਮਹਾਂਪੁਰਸ਼ ਸਨ ਉਹ। ਸਰੰਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਨੇ ਕੀਰਤਨ ਕੀਤਾ ਜੀ ਸਾਰੀ ਉਮਰ। ਕੀਰਤਨ ਕਰਨ ਤੋਂ ਬਾਅਦ ਨਾ ਗਲ ਵਿੱਚ ਝੋਲੀ ਪਾ ਲੈਣੀ ਤੇ ਰੰਬਾ ਫੜ ਲੈਣਾ, ਤੇ ਜਿਤਨੇ ਵੀ ਉੱਥੇ ਤੁਸੀਂ ਅੱਜ ਵੀ ਜਾਓ ਕਬੂਤਰ ਬੈਠੇ ਹੁੰਦੇ ਨੇ ਨਾ, ਉਹ ਬੜੀਆਂ ਵਿਠਾਂ ਕਰਦੇ ਸਨ ਪ੍ਰਕਰਮਾਂ ਦੇ ਵਿੱਚ। ਉਹਨਾਂ ਨੇ ਕੀਰਤਨ ਕਰਕੇ ਬਾਹਰ ਨਿਕਲਣਾ ਤੇ ਝੋਲੀ ਗਲ ਵਿੱਚ ਪਾ ਲੈਣੀ ਤੇ ਪ੍ਰਕਰਮਾਂ ਦੇ ਵਿੱਚੋਂ ਖੁਰਪੇ ਦੇ ਨਾਲ ਵਿਠਾਂ ਖੁਰਚ ਕੇ ਨਾ ਝੋਲੀ ਦੇ ਵਿੱਚ ਪਾਈ ਜਾਣੀ, ਸੇਵਾ ਕਰੀ ਜਾਣੀ ਉਹਨਾਂ ਨੇ ਸਾਰਾ ਦਿਨ। ਹੁਣ ਸਾਡੇ ਵਰਗੇ ਜਿਹੜੇ ਇਸ ਲਾਈਨ ਦੇ ਵਿੱਚ ਵਿਚਰਦੇ, ਕੋਈ ਕਥਾ ਕਰਦਾ, ਕੋਈ ਕੀਰਤਨ ਕਰਦਾ, ਉਹ ਨਹੀਂ ਕਿਸੇ ਚੀਜ਼ ਨੂੰ ਹੱਥ ਲਾਉਂਦਾ। ਮੈਂ ਕਥਾ ਕਰਦਾ, ਮੈਨੂੰ ਕੀ ਲੋੜ ਹੈ ਸੇਵਾ ਕਰਨ ਦੀ। ਅਸੀਂ ਬਾਬਾ ਸ਼ਾਮ ਸਿੰਘ ਜੀ ਦੇ ਜੀਵਨ ਤੋਂ ਸਿੱਖਿਆ ਨਾ ਲੈ ਸਕੇ। ਇਹੋ ਜਿਹੇ ਪ੍ਰਚਾਰਕ ਚਾਹੀਦੇ ਬਾਬਾ ਸ਼ਾਮ ਸਿੰਘ ਜੀ ਵਰਗੇ। ਇੰਨੀ ਨਿਮਰਤਾ। ਉਹਨਾਂ ਮਹਾਂਪੁਰਸ਼ਾਂ ਦਾ ਜੀਵਨ ਜਿਹੜਾ ਦੂਜਿਆਂ ਦੇ ਉੱਤੇ ਬੜਾ ਅਸਰ, ਬੜਾ ਪ੍ਰਭਾਵ ਰੱਖਦਾ ਹੈ। ਬਾਬਾ ਸ਼ਾਮ ਸਿੰਘ ਜੀ ਨੂੰ ਇੱਕ ਵਾਰੀ ਬਾਬਾ ਅਤਰ ਸਿੰਘ ਜੀ ਨਾਲ ਜਦੋਂ ਮਿਲਾਪ ਹੋਇਆ ਜੀ, ਤੇ ਬਾਬਾ ਅਤਰ ਸਿੰਘ ਜੀ ਨੂੰ ਬਾਬਾ ਸ਼ਾਮ ਸਿੰਘ ਜੀ ਕਹਿੰਦੇ ਨਾ, ਆ ਕੀ ਆ ਸਾਡੇ ਕੋਲ। ਮੁੱਠੀ ਭਰ ਲਈ ਵਿੱਚੋਂ ਨਾ, ਵਿਠਾਂ ਕਾਫੀ ਪਾਈਆਂ ਹੋਈਆਂ ਸਨ ਵਿੱਚ, ਤੇ ਮੁੱਠੀ ਭਰ ਕੇ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਦੇ ਸਾਹਮਣੇ ਕਰਕੇ ਕਹਿੰਦੇ ਵੀ ਕੀ ਹੈ। ਸੰਤ ਦੀ ਜਿਹੜੀ ਰਮਜ ਹੁੰਦੀ ਉਹ ਤਾਂ ਸੰਤ ਸਮਝਦਾ ਹੀ ਹੈ ਨਾ। ਬਾਬਾ ਅਤਰ ਸਿੰਘ ਜੀ ਕਹਿੰਦੇ ਮਹਾਰਾਜ ਇਹ ਵਿਠਾਂ ਹੀ ਨੇ। ਕਹਿੰਦੇ ਨਹੀਂ, ਤੁਸੀਂ ਗੱਲ ਸਮਝੇ ਨਹੀਂ। ਕਹਿੰਦੇ ਕੀ? ਕਹਿੰਦੇ ਇਹ ਵਿਠਾਂ ਨੇ। ਇੱਕ ਹੋਰ ਸਾਧੂ ਸਨ ਨਾਲ, ਉਹਨਾਂ ਨੂੰ ਪੁੱਛਦੇ ਨੇ ਕੀ? ਕਹਿੰਦੇ ਜੀ ਵਿਠਾਂ ਨੇ। ਕਹਿੰਦੇ ਨਹੀਂ। ਫਿਰ ਮਹਾਂਪੁਰਸ਼ ਕਹਿੰਦੇ ਵੀ ਮਹਾਰਾਜ ਤੁਸੀਂ ਆਪ ਹੀ ਦੱਸ ਦਿਓ ਵੀ ਕੀ ਹੈ। ਕਹਿੰਦੇ ਜੀ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ, ਉਹਨਾਂ ਦੀ ਦਇਆ ਹੈ, ਜਿਨ੍ਹਾਂ ਨੇ ਆਪਣੇ ਦਰ ਦੀ ਸੇਵਾ ਮੈਨੂੰ ਬਖਸ਼ ਦਿੱਤੀ ਹੈ। ਇੱਕ ਪਾਸੇ ਸੇਵਾ ਕਰੀ ਜਾਣੀ, ਦੂਜੇ ਪਾਸੇ ਕੀਰਤਨ ਕਰੀ ਜਾਣਾ। ਇੰਨਾ ਪਿਆਰ ਤੇ ਇੰਨੀ ਨਿਮਰਤਾ, ਇੰਨਾ ਉੱਚਾ ਸੁੱਚਾ ਆਚਰਣ ਉਹਨਾਂ ਮਹਾਂਪੁਰਸ਼ਾਂ ਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਕੇ ਪਿਆਰ ਵਾਲਿਓ, ਇੱਕ ਪਾਸੇ ਸਿਮਰਨ ਤੇ ਦੂਜੇ ਪਾਸੇ ਮੇਰਾ ਸਿੱਖ ਨਾਲ ਦੀ ਨਾਲ ਸੇਵਾ ਵੀ ਕਰੇ। ਇੱਥੇ ਆਪਾਂ ਬਚਨ ਵਿਚਾਰ ਰਹੇ ਸਾਂ ਕਿ ਕੋਈ ਮਨੁੱਖ ਤੀਰਥਾਂ ਤੇ ਇਸ਼ਨਾਨ ਕਰਦਾ ਹੈ, ਵਰਤ ਰੱਖਦਾ ਹੈ, ਦਾਨ ਕਰਦਾ ਹੈ, ਪਰ ਮਨ ਵਿੱਚ ਗੁਮਾਨ ਵੀ ਬੜਾ ਕਰਦਾ ਹੈ। ਉਸ ਮਨੁੱਖ ਦੇ ਜਿਹੜੇ ਸਾਰੇ ਕਰਮ ਨੇ ਇਸ ਤਰ੍ਹਾਂ ਨਿਫਲ ਚਲੇ ਜਾਂਦੇ ਨੇ, ਜਿਵੇਂ ਹਾਥੀ ਦਾ ਕੀਤਾ ਇਸ਼ਨਾਨ ਨਿਫਲ ਹੋ ਜਾਂਦਾ ਹੈ, ਕਿਉਂਕਿ ਉਹ ਇਸ਼ਨਾਨ ਕਰਕੇ ਚਿੱਕੜ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ। ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ। ਸਤਿਗੁਰੂ ਕਹਿੰਦੇ ਨੇ ਬਚਪਨ ਲੰਘਿਆ, ਜਵਾਨੀ ਲੰਘੀ ਤੇ ਬੁਢੇਪਾ ਆ ਗਿਆ। ਬੁਢੇਪੇ ਵਿੱਚ ਹੁਣ ਸਿਰ ਕੰਬਣ ਲੱਗ ਪਿਆ, ਆਪਣਾ ਹੀ ਸਿਰ ਨਹੀਂ ਸੰਭਾਲਿਆ ਜਾਂਦਾ। ਪੱਗ ਡਗ ਮਗੇ, ਜਿਹੜੇ ਪੈਰ ਨੇ ਉਹ ਡਗ ਮਗਾਉਂਦੇ ਨੇ।
ਤੁਰਦਾ ਹੈ ਨਾ ਤੇ ਪੈਰ ਵੀ ਕੰਬਦੇ ਨੇ ਚੱਲਣ ਵੇਲੇ। ਸਤਿਗੁਰੂ ਜੀ ਕਹਿੰਦੇ ਹਨ ਕਿ ਨੈਣ ਜੋਤ ਤੇ ਹੀਨ, ਜਿਹੜੇ ਨੇਤਰ ਨੇ ਉਹ ਵੀ ਜੋਤ ਤੋਂ ਹੀਣੇ ਹੋ ਗਏ। ਭਾਵ ਹੁਣ ਚੰਗੀ ਤਰ੍ਹਾਂ ਨਜ਼ਰ ਵੀ ਨਹੀਂ ਪੈਂਦਾ, ਦਿਖਦਾ ਵੀ ਨਹੀਂ। ਇਹਦੀ ਵਿਆਖਿਆ ਭਗਤ ਜੀ ਕਰਦੇ, ਨੈਣਹੁ ਨੀਰ ਬਹਿ ਤਨ ਖੀਨਾ, ਭਏ ਕੇਸ ਦੁਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚੜਾ, ਆਪ ਕਿਆ ਕਰ ਹੈ ਪ੍ਰਾਨੀ। ਨੇਤਰਾਂ ਵਿੱਚੋਂ ਪਾਣੀ ਵਗਦਾ ਹੈ, ਕੇਸ ਜਿਹੜੇ ਚਿੱਟੇ ਰੰਗ ਦੇ ਦੁੱਧ ਵਰਗੇ ਹੋ ਗਏ, ਸਰੀਰ ਕਮਜ਼ੋਰ ਹੋ ਗਿਆ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਇਹ ਭਗਤੀ ਬੰਦਗੀ ਕਿਵੇਂ ਕਰੇਗਾ? ਹੁਣ ਤਾਂ ਬੋਲਿਆ ਵੀ ਨਹੀਂ ਜਾਂਦਾ, ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਕੰਠ ਵੀ ਕਮਜ਼ੋਰ ਹੋ ਗਿਆ ਨਾ, ਬੋਲਦਾ ਕੋਈ ਸ਼ਬਦ ਨਹੀਂ ਨਿਕਲਦਾ ਗਲੇ ਵਿੱਚੋਂ। ਹੁਣ ਕੀ ਕਰ ਸਕਦਾ? ਕੁਝ ਵੀ ਨਹੀਂ। ਜੇ ਹੁਣ ਆਖੇ ਵੀ ਮੈਂ ਭਗਤੀ ਬੰਦਗੀ ਕਰਨੀ ਹੈ, ਹੁਣ ਤਾਂ ਭਗਤੀ ਬੰਦਗੀ ਨਹੀਂ ਨਾ ਹੋਣੀ। ਸਿਰ ਕੰਬਣ ਲੱਗ ਪਿਆ, ਚੱਲਣ ਵੇਲੇ ਪੈਰ ਵੀ ਡਗਮਗਾਉਂਦੇ ਨੇ, ਤੇ ਨੇਤਰ ਜਿਹੜੇ ਜੋਤ ਤੋਂ ਹੀਣੇ ਹੋ ਗਏ ਹਨ। ਕਹੋ ਨਾਨਕ ਇਹ ਬਿਦ ਭਈ, ਤੋ ਨਾ ਹਰ ਰਸ ਲੀਨ। ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਨੇ, ਇਹੋ ਜੀ ਅਵਸਥਾ ਆਣ ਬਣੀ ਹੈ, ਅਜੇ ਤਾਈਂ ਵੀ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਲਿਆ। ਹੁਣ ਪਤਾ ਵੀ ਹੈ ਵੀ ਹੁਣ ਚਾਲੇ ਮਾਰਨ ਵਾਲਾ, ਦੁਨੀਆ ਤੋਂ ਜਾਣ ਵਾਲਾ ਆ, ਇਹਦੇ ਬਾਵਜੂਦ ਵੀ ਤੂੰ ਨਾਮ ਦਾ ਰਸ ਪ੍ਰਾਪਤ ਨਹੀਂ ਕੀਤਾ, ਨਾਮ ਦਾ ਰਸ ਨਹੀਂ ਲਿਆ। ਬਚਪਨ ਖੇਡ ਵਿੱਚ ਲੰਘਾ ਦਿੱਤਾ, ਜਵਾਨੀ ਦੀ ਅਵਸਥਾ ਜਿਹਦੇ ਵਿੱਚ ਨਾਮ ਜਪਣਾ ਸੀ, ਸੰਗ ਸੁਵਨੜੀ ਦੇਹ ਜਦੋਂ ਕੰਚਨ ਵਰਗੀ ਸੋਹਣੀ ਦੇਹੀ ਸੀ, ਅੰਮ੍ਰਿਤ ਵੇਲੇ ਉੱਠ ਵੀ ਸਕਦਾ ਸੀ, ਬਾਣੀ ਪੜ੍ਹ ਵੀ ਸਕਦਾ ਸੀ, ਨਹੀਂ ਪੜ੍ਹੀ ਬਾਣੀ, ਨਹੀਂ ਸਿਮਰਨ ਕੀਤਾ। ਹੁਣ ਬੜੇਪਾ ਆ ਗਿਆ, ਚਲੋ ਬੜੇਪੇ ਵਿੱਚ ਹੀ ਭਗਤੀ ਬੰਦਗੀ ਕਰ ਲੈਂਦਾ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਲੈਂਦਾ, ਸੰਗਤ ਕਰ ਲੈਂਦਾ, ਸੇਵਾ ਕਰ ਲੈਂਦਾ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਤੂੰ ਨਾਮ ਦਾ ਰਸ ਜਿਹੜਾ ਨਾ ਉਹ ਪ੍ਰਾਪਤ ਨਹੀਂ ਕੀਤਾ, ਉਹਦੇ ਵਿੱਚ ਲੀਨ ਨਹੀਂ ਹੋਇਆ। ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜੀ 18 ਵਾਰ ਗੰਗਾ ਗਏ ਪਾਤਸ਼ਾਹ, ਜਦੋਂ ਅਖੀਰਲੀ ਵਾਰੀ ਵਾਪਸ ਆ ਰਹੇ ਸਨ, ਰਾਹ ਵਿੱਚ ਕਿਸੇ ਵੈਸ਼ਨਵ ਸਾਧੂ ਦਾ ਮੇਲ ਹੋਇਆ, ਉਹਦੀ ਸੰਗਤ ਕੀਤੀ, ਬਚਨ ਵਿਲਾਸ ਹੋਏ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਉਹ ਪੁੱਛਣ ਲੱਗਾ ਵੀ ਤੁਹਾਡਾ ਗੁਰੂ ਕੌਣ ਹੈ? ਮਹਾਰਾਜ ਕਹਿੰਦੇ ਵੀ ਅਜੇ ਤਾਈਂ ਤਾਂ ਗੁਰੂ ਧਾਰਿਆ ਕੋਈ ਨਹੀਂ, ਸੋਚਦਾ ਵੀ ਕੋਈ ਗੁਰੂ ਧਾਰਨ ਕਰ ਲਵਾਂ। ਉਹਨੇ ਤਾਨਾ ਮਾਰਿਆ ਵੀ ਸਾਰੀ ਉਮਰ ਲੰਘ ਗਈ, ਬਜ਼ੁਰਗ ਹੋ ਗਏ ਹੋ, ਏਡੀ ਅਵਸਥਾ ਤੁਹਾਡੀ ਬਜ਼ੁਰਗੀ ਦੀ, ਅਜੇ ਤੱਕ ਨਗੁਰੇ, ਅਜੇ ਤੱਕ ਗੁਰੂ ਨੇ ਧਾਰਨ ਕੀਤਾ, ਤੁਹਾਡੀ ਸੰਗਤ ਕਰਕੇ ਤਾਂ ਮੇਰਾ ਵੀ ਸਾਰਾ ਕੁਝ ਭ੍ਰਸ਼ਟ ਹੋ ਗਿਆ, ਮੇਰਾ ਵੀ ਸਭ ਕੁਝ ਭ੍ਰਸ਼ਟ ਹੋ ਗਿਆ ਤੁਹਾਡੀ ਸੰਗਤ ਕਰਨ ਦੇ ਨਾਲ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਚੋਟ ਲੱਗੀ ਹਿਰਦੇ ਵਿੱਚ, ਮਨਾ ਇਹ ਸੱਚ ਕਹਿੰਦਾ, ਬਜ਼ੁਰਗ ਹੋ ਗਏ ਹੈ, ਅਜੇ ਤਾਈਂ ਗੁਰੂ ਤੋਂ ਹੀਣਾ ਹੈ, ਪਤਾ ਨਹੀਂ ਕਦੋਂ ਬੁਲਾਵਾ ਆ ਜਾਣਾ, ਕਦੋਂ ਸੱਦਾ ਆ ਜਾਣਾ ਦੁਨੀਆ ਤੋਂ ਜਾਣ ਦਾ। ਜੇ ਨਗੁਰਾ ਚਲਾ ਗਿਆ ਫਿਰ ਦਰਗਾਹ ਵਿੱਚ ਕਿਵੇਂ ਭਲਾ ਹੋਵੇਗਾ? ਫਿਰ ਜਾ ਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਉਹਨਾਂ ਨੂੰ ਗੁਰੂ ਧਾਰਨ ਕੀਤਾ। ਮਹਾਰਾਜ ਜੀ ਕਹਿੰਦੇ ਭਾਵੇਂ ਬਜ਼ੁਰਗੀ ਅਵਸਥਾ ਆ ਗਈ ਹੈ ਨਾ, ਘੱਟੋ ਘੱਟ ਇਹਨੂੰ ਹੀ ਸੰਭਾਲ ਲੈ, ਤਾਂ ਕਿ ਇੱਕ ਚੰਗਾ ਬੀਜ ਤਾਂ ਜਾਂਦਿਆਂ ਜਾਂਦਿਆਂ ਬੀਜ ਜਾਏਗਾ, ਜਿਹਦਾ ਫਲ ਦਰਗਾਹ ਵਿੱਚ ਤੈਨੂੰ ਪ੍ਰਾਪਤ ਹੋ ਜਾਏਗਾ। ਸੋ ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਇਹ ਬਿਦ ਭਈ, ਤਉ ਨਾ ਹਰ ਰਸ ਲੀਨ। ਸਿਰ ਕੰਬਣ ਲੱਗ ਪਿਆ, ਪੈਰ ਡਗਮਗਾਉਣ ਲੱਗ ਪਏ, ਨੇਤਰ ਜੋਤ ਤੋਂ ਹੀਣੇ ਹੋ ਗਏ। ਇਸ ਤਰ੍ਹਾਂ ਦੀ ਅਵਸਥਾ ਆ ਬਣੀ, ਫਿਰ ਵੀ ਤੂੰ ਹਰੀ ਦੇ ਨਾਮ ਦਾ ਰਸ ਪ੍ਰਾਪਤ ਨਹੀਂ ਕੀਤਾ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ। ਇਸ ਜਗਤ ਦੇ ਅੰਦਰ ਮੈਂ ਹਰ ਕਿਸੇ ਨੂੰ ਆਪਣਾ ਬਣਾ ਬਣਾ ਕੇ ਦੇਖਿਆ। ਗੁਰਦੇਵ ਜੀ ਕਹਿੰਦੇ ਨੇ ਇਸ ਜਗਤ ਅੰਦਰ ਕੋਈ ਵੀ ਕਿਸੇ ਦਾ ਨਹੀਂ। ਇਹ ਸੱਚ ਵੀ ਹੈ ਜੀ, ਸਰੀਰ ਦੇ ਜੀਵਦਿਆਂ ਜੀਵਦਿਆਂ ਮਨੁੱਖ ਦੇ ਸਾਰੇ ਰਿਸ਼ਤੇ ਨੇ, ਜਿੰਨੀ ਦੇਰ ਤੱਕ ਅਸੀਂ ਜੀਵਦੇ ਹਾਂ, ਜਿੰਨੇ ਮਰਜ਼ੀ ਰਿਸ਼ਤੇ ਬਣਾ ਲਈਏ, ਪਰ ਸਰੀਰ ਤਿਆਗਣ ਤੋਂ ਬਾਅਦ ਸਾਰੇ ਰਿਸ਼ਤੇ ਝੂਠੇ ਪੈ ਜਾਂਦੇ ਨੇ।
क्योंकि शरीर त्यागण तो बाद कोई रिश्ता रहिंदा नहीं। आत्मा का की रिश्ता है जी? कोई रिश्ता नहीं। आत्मा का किसी नाल कोई रिश्ता नहीं होंदा। आत्मा का ते परमात्मा का रिश्ता तो है, क्योंकि अंश उसे दी है, पर आत्मा का ते शरीरां का कोई रिश्ता नहीं। शरीर त्यागण तो बाद जिहड़ी आत्मा है वो परमात्मा विच जाके भेद हो जाती है। आत्मा कदे नहीं कहती भी ये मेरा है, ये मेरा है, वो छड़ के चली जाती जीव आत्मा जिहड़ी है। महाराज जी ने एक बड़ा सुंदर वचन उच्चारण किया है बाणी अंदर। शरीर नूं इस्त्री दस के ते आत्मा नूं पुरुष दस के महाराज ने अलंकार बन के मारू राग विच शब्द उच्चारे। सतगुरु जी कहते ने इस शरीर ते आत्मा इको थाई रहिंदे दोने जाने। तन कहे तू वस मैं नाले, शरीर आत्मा नूं कहंदा है तू मेरे नाल वस। उथे वैसे इस्त्री ते पुरुष की चर्चा लिखी गई भी शरीर रूपी इस्त्री आत्मा रूपी पुरुष नूं कहंदी है भी तू मेरे नाल वस, क्योंकि तेरे करके ही मेरी संसार दे अंदर उपमा है, तेरे करके ही मेरी संसार अंदर हस्ती है, तू सदा मेरे नाल रह। पर अगों फिर कहया हो हुक्मी बंदा। आत्मा कहती मैं तो हुक्मी बंदा आ, जदों आई आग्या फिर है बुलाया, ना धन पुछी ना धन पुछी ना मता पकाया। आत्मा कहती जिस दिन आग्या आ गई ना मैनू जाना पैना है, मैं तेरे क्या नहीं इत्थे रह सकता। तेरा मेरा रिश्ता उन्नी देर दा है जिन्नी देर तक मैं तेरे विच हां, जिन्नी देर तक वो मालक की आग्या ना उन्नी देर मैं तेरे विच ही हां। पर जिस दिन आग्या आई उस दिन मैं चले जाना। फिर एक दिन आग्या आ भी गई, आई आग्या फिर है बुलाया, ना धन पुछी ना मता पकाया। जदों आग्या आ गई ना फिर मालक दी परमेश्वर दी, फिर जेड़ा कहंदे फिर सी ना भाव शरीर दे विच आत्मा सी वो चला गया। उन्हें जांदी वारी शरीर नूं पुछया भी नहीं जावां कि ना जावां, सलाह भी नहीं कीती भी जाना चाहिए कि नहीं जाना चाहिए, बस कहंदे आग्या आ गई। फिर कहया हो हुक्मी बंदा, मैं तो हुक्मी बंदा आ, जदों मेरे मालक दा हुक्म आ गया आपां चले जाना इत्थों। आत्मा दे शरीर विचों जांदियां दुनिया दे जिन्ने भी साख हुंदे ने, ये सारे साख जिहड़े ये वाकिया ही झूठे पै जांदे ने। शरीर दे रहिंदियां रहिंदियां सारे साख सच्चे ने, शरीर दे विचों आत्मा दे जांदियां सारे साख झूठे हो जांदे ने। जिन्हां ने पालिया पोसिया हुंदा है अखीर उही इस शरीर नूं लैके कोई कबर विच दफना दिंदा, कोई लकड़ां दे ढेर विच साड़ के खाक कर दिंदा। सतगुरु सच्चे पातशाह महाराज जी पावन बाणी विच सानू समझाउंदे हन कि इस जगत दे अंदर मैं बड़ियां नूं अपना बना के देखिया है, पर असल विच कोई किसे दा भी नहीं। जदों आनंद कारज हुंदे ने ना ते रागी सिंह एक शब्द पढ़दे आनंद कारज वेले, जिहनूं आपां पल्ले दा शब्द कह दिंदे आ भी पल्ले दा शब्द वो तां चलो असीं बना लिया भी पल्ले दा शब्द, एक नां दे दिता भी गल समझण ते समझाउण वास्ते, पर उस शब्द दे अंदर जिहड़े बोल ने ना बड़े कीमती ने। सतगुरु सच्चे पातशाह महाराज जी कहंदे हन सभे साध कुड़ावे डिठे तो पल्ले तैंडे लगे। साडी जिहड़ी दृष्टि आ दुनियावी तौर ते हुंदी है, गुरु नानक साहब जी की दृष्टि जिहड़ी है दरियावी नहीं, अध्यात्मक दृष्टि दे चानणे विच बादशाह जी कहंदे हे अकाल पुरख सारे साख झूठे जान के मैं जीव रूप इस्त्री अकाल पुरख तुहाडे पल्ले लग गई। सभे साख कुड़ावे डिठे, मालक दे पल्ले लगन वास्ते पहला दूजे साख जिहड़े झूठे वेखणे ही पैंदे ने भी ये सब झूठे ने।
ਅਜੇ ਸਾਨੂੰ ਦੁਨਿਆਵੀ ਸਾਕ ਚੰਗੇ ਲੱਗ ਰਹੇ ਨੇ ਤੇ ਫਿਰ ਮਾਲਕ ਦਾ ਸਾਕ ਸਾਨੂੰ ਕਿਵੇਂ ਭਾਵੇਗਾ, ਉਹਦਾ ਸਾਕ ਕਿਵੇਂ ਚੰਗਾ ਲੱਗੇਗਾ। ਇੱਕ ਛੋਟੀ ਜਿਹੀ ਉਦਾਹਰਣ ਹੈ, ਸ਼ਾਇਦ ਗੱਲ ਸਾਡੀ ਪਕੜ ਦੇ ਵਿੱਚ ਆ ਜਾਏ। ਜਦੋਂ ਦ੍ਰੋਪਦੀ ਨੂੰ ਬੇਪਤ ਕਰਨ ਦਾ ਹੁਕਮ ਦੁਰਯੋਧਨ ਨੇ ਦਿੱਤਾ ਜੀ, ਤੇ ਜਦੋਂ ਭਗਵਾਨ ਕ੍ਰਿਸ਼ਨ ਨੇ ਆ ਕੇ ਲਾਜ ਰੱਖੀ ਨਾ ਉਹਦੀ, ਉਹਨੇ ਨਾ ਇੱਕ ਸਵਾਲ ਕਰ ਦਿੱਤਾ ਆਉਂਦਿਆਂ, ਪਹਿਲੇ ਕਿਉਂ ਨਹੀਂ ਆਏ? ਜਦੋਂ ਦੁਰਯੋਧਨ ਨੇ ਹੁਕਮ ਕੀਤਾ ਸੀ ਉਦੋਂ ਕਿਉਂ ਨਹੀਂ ਆਏ? ਚਲੋ ਉਦੋਂ ਨਹੀਂ ਆਏ ਤੇ ਬਾਅਦ ਵਿੱਚ ਆ ਜਾਂਦੇ, ਜਦੋਂ ਸਭਾ ਵਿੱਚ ਵਾਲਾਂ ਤੋਂ ਫੜ ਕੇ ਘੜੀਸ ਕੇ ਮੈਨੂੰ ਲੈ ਕੇ ਗਏ ਉਦੋਂ ਆ ਜਾਂਦੇ। ਜੇ ਉਦੋਂ ਨਹੀਂ ਆਏ ਤੇ ਫਿਰ ਬਾਅਦ ਵਿੱਚ ਆ ਜਾਂਦੇ, ਜਦੋਂ ਦੁਰਯੋਧਨ ਨੇ ਹੁਕਮ ਕਰ ਦਿੱਤਾ ਬੇਪਤ ਕਰਨ ਦਾ, ਤੁਸੀਂ ਉਦੋਂ ਵੀ ਨਹੀਂ ਆਏ। ਭਗਵਾਨ ਜੀ ਕਹਿਣ ਲੱਗੇ ਵੀ ਪਹਿਲਾਂ ਮੈਂ ਤਾਂ ਨਹੀਂ ਆਇਆ, ਉਦੋਂ ਤੈਨੂੰ ਇਉਂ ਲੱਗਦਾ ਸੀ ਵੀ ਮੈਂ ਰਿਸ਼ਤੇ ਵਿੱਚ ਦੁਰਯੋਧਨ ਦੀ ਭਰਜਾਈ ਲੱਗਦੀ ਆ, ਏਦਾਂ ਦਾ ਕੰਮ ਥੋੜਾ ਕਰੇਗਾ। ਪਰ ਜਦੋਂ ਤੈਨੂੰ ਪਤਾ ਲੱਗਿਆ, ਮੱਥੇ ਦੇ ਵਾਲਾਂ ਤੋਂ ਪਕੜ ਕੇ ਤੈਨੂੰ ਘੜੀਸ ਕੇ ਸਭਾ ਵਿੱਚ ਲੈ ਕੇ ਗਏ ਨਾ, ਤੈਨੂੰ ਪਤਾ ਲੱਗ ਗਿਆ ਵੀ ਇਹ ਦੁਰਯੋਧਨ ਜਿਹੜਾ ਹੈ ਨਾ, ਇਹਨੇ ਹਟਣਾ ਕੋਈ ਨਹੀਂ। ਫਿਰ ਤੈਨੂੰ ਮਾਣ ਸੀ ਕਿ ਇਸ ਸਭਾ ਦੇ ਅੰਦਰ ਮੇਰਾ ਸਹੁਰਾ ਵੀ ਬੈਠਾ ਹੋਇਆ, ਉਹ ਮੇਰੀ ਲਾਜ ਪੱਤ ਰੱਖੇਗਾ। ਪਰ ਜਦੋਂ ਪੁਕਾਰ ਕੀਤੀ ਤੇ ਉਹ ਵੀ ਮਦਦ ਤੋਂ ਹੀਣਾ ਸੀ, ਤੈਨੂੰ ਪਤਾ ਲੱਗ ਗਿਆ ਵੀ ਇਹਨੇ ਮਦਦ ਨਹੀਂ ਕਰਨੀ ਮੇਰੀ। ਫਿਰ ਤੈਨੂੰ ਇਉਂ ਜਾਪਦਾ ਸੀ ਮੇਰੇ ਮਹਾਬਲੀ 5 ਪਤੀ 5 ਪਾਂਡਵ ਇੱਥੇ ਬੈਠੇ ਹੋਏ ਨੇ, ਉਹ ਮੇਰੀ ਲਾਜ ਰੱਖਣਗੇ। ਤੂੰ ਬਥੇਰੀਆਂ ਪੁਕਾਰਾਂ ਕੀਤੀਆਂ ਉਹਨਾਂ ਦੇ ਅੱਗੇ, ਉਹਨਾਂ ਨੇ ਵੀ ਤੇਰੀ ਬਾਤ ਨਹੀਂ ਪੁੱਛੀ, ਕਿਉਂਕਿ ਜੂਏ ਦੇ ਦਾਅ ਤੇ ਲਾਇਆ ਵੀ ਤਾਂ ਉਹਨਾਂ ਨੇ ਸੀ ਨਾ, ਉਹਨਾਂ ਨੇ ਵੀ ਲਾਇਆ ਸੀ ਜੂਏ ਦੇ ਦਾਅ ਤੇ। ਇਸੇ ਪ੍ਰਕਾਰ ਕਹਿੰਦੇ ਨੇ ਵੀ ਤੁਸੀਂ ਆਪਣੇ ਮਨ ਦੇ ਅੰਦਰ ਇਹ ਮਾਣ ਧਾਰਨ ਕਰਕੇ ਬੈਠੇ ਸੀ ਵੀ ਮੈਂ ਕਿਸੇ ਦੀ ਭਰਜਾਈ ਆ, ਇੱਥੇ ਮੇਰਾ ਸਹੁਰਾ ਵੀ ਹੈ, ਇੱਥੇ ਮੇਰੇ 5 ਪਤੀ ਵੀ ਬੈਠੇ ਨੇ, ਮੇਰੀ ਲਾਜ ਪੱਤ ਰੱਖ ਲੈਣਗੇ। ਪਰ ਜਦੋਂ ਕੋਈ ਵੀ ਬੌੜਿਆ ਨਹੀਂ ਨਾ, ਫਿਰ ਤੇਰਾ ਧਿਆਨ ਮੇਰੇ ਤੇ ਟਿਕ ਗਿਆ ਤੇ ਫਿਰ ਮੈਨੂੰ ਆਉਣਾ ਵੀ ਪਿਆ। ਜਦੋਂ ਤੈਨੂੰ ਜਾਪਿਆ ਵੀ ਸਾਰੇ ਸਾਕ ਝੂਠੇ ਨੇ, ਕਿਸੇ ਨੇ ਮੇਰੀ ਮਦਦ ਨਹੀਂ ਕਰਨੀ, ਜਦੋਂ ਆਪਣੇ ਆਪ ਨੂੰ ਤੈਨੂੰ ਮਹਿਸੂਸ ਹੋਇਆ ਨਾ ਕਿਸੇ ਮਦਦ ਨਹੀਂ ਕਰਨੀ, ਫਿਰ ਮੇਰੇ ਤੇ ਧਿਆਨ ਟਿਕਿਆ, ਫਿਰ ਮੈਨੂੰ ਆਉਣਾ ਪਿਆ। ਅਸਲ ਅੰਦਰ ਦੁਨੀਆ ਦੇ ਜਦੋਂ ਸਾਕ ਵਾਕਿਆ ਹੀ ਮਨੁੱਖ ਝੂਠੇ ਕਰਕੇ ਸਮਝ ਲੈਂਦਾ, ਉਹਦਾ ਭਾਵ ਪ੍ਰੇਮ ਆਪਣੇ ਮਾਲਕ ਦੇ ਚਰਨਾਂ ਨਾਲ ਬਣ ਜਾਂਦਾ ਹੈ ਤੇ ਫਿਰ ਮਾਲਕ ਵੀ ਹਾਜ਼ਰ ਹੋ ਜਾਂਦਾ ਹੈ। ਆਪਾਂ ਬਚਨ ਵਿਚਾਰ ਰਹੇ ਸੀ, ਸਭੇ ਸਾਕ ਕੁੜਾਵੇ ਡਿਠੇ ਤੋਂ ਪੱਲੇ ਟੰਡੇ ਲਾਗੇ। ਜਿੰਨੇ ਵੀ ਸਾਕ ਨੇ ਇਹਨਾਂ ਨੂੰ ਝੂਠੇ ਜਾਣ ਕੇ ਮਹਾਰਾਜ ਜੀਓ ਅਸੀਂ ਆਪ ਦੇ ਪੱਲੇ ਲੱਗ ਗਏ ਆ, ਤੇ ਹੁਣ ਤੁਸੀਂ ਸਾਡੀ ਬਾਂਹ ਫੜਨੀ ਹੈ ਮਹਾਰਾਜ, ਤੁਹਾਨੂੰ ਹੀ ਹੁਣ ਸਾਡੀ ਲਾਜ ਹੈ। ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ। ਹਰ ਕਿਸੇ ਨੂੰ ਜਗਤ ਵਿੱਚ ਆਪਣਾ ਬਣਾ ਕਰਕੇ ਵੇਖਿਆ ਹੈ, ਪਰ ਇਸ ਨਿਰਣੇ ਤੇ ਪਹੁੰਚਿਆ ਕਿ ਇਸ ਜਗਤ ਅੰਦਰ ਕੋਈ ਵੀ ਕਿਸੇ ਦਾ ਨਹੀਂ। ਨਾਨਕ ਫਿਰ ਹਰ ਭਗਤ ਹੈ, ਤੇਹ ਰਾਖੋ ਮਨ ਮਾਹੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਇੱਕ ਪਰਮਾਤਮਾ ਦੀ ਅਕਾਲ ਪੁਰਖ ਦੀ ਭਗਤੀ ਹੀ ਜਗਤ ਅੰਦਰ ਥਿਰ ਹੈ, ਉਹਨੇ ਹੀ ਸਦੀ ਵੀ ਰਹਿਣਾ ਹੈ। ਤੇਹ ਰਾਖੋ ਮਨ ਮਾਹੇ, ਉਸ ਅਕਾਲ ਪੁਰਖ ਦੀ ਭਗਤੀ ਨੂੰ ਆਪਣੇ ਮਨ ਅੰਦਰ ਧਾਰਨ ਕਰਕੇ ਰੱਖੋ। ਬਾਕੀ ਤਾਂ ਸਾਰੇ ਸਾਥ ਛੱਡ ਜਾਣਗੇ, ਪਰ ਉਹਨੇ ਸਾਥ ਨਹੀਂ ਛੱਡਣਾ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਜਿੱਥੇ ਕੋਈ ਵੀ ਸਮਰੱਥ ਨਹੀਂ ਨਾ, ਜਿੱਥੇ ਕਿਸੇ ਵੀ ਤੇਰੀ ਲਾਜ ਨਹੀਂ ਰੱਖਣੀ, ਉੱਥੇ ਮਾਲਕ ਅਕਾਲ ਪੁਰਖ ਨੇ ਤੇਰੀ ਲਾਜ ਰੱਖਣੀ ਹੈ। ਉਸ ਅਕਾਲ ਪੁਰਖ ਦੀ ਭਗਤੀ ਨੂੰ ਆਪਣੇ ਮਨ ਵਿੱਚ ਟਿਕਾ ਕੇ ਰੱਖ, ਲੋਕ ਤੇ ਪਰਲੋਕ ਵਿੱਚ ਵਾਹਿਗੁਰੂ ਤੇਰੇ ਸਹਾਈ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਰਹਿਮਤ ਕਰਨ। ਸਤਿਗੁਰਾਂ ਦਾ ਪਾਵਨ ਪਵਿੱਤਰ ਅੰਮ੍ਰਿਤ ਰੂਪ ਉਪਦੇਸ਼ ਸਾਡੇ ਹਿਰਦਿਆਂ ਵਿੱਚ ਆਵਸੇ। ਇਹ ਲੋਕ ਸੁਖੀਏ,
ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀ ਸਿੰਘਾਂ ਪਾਸੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਰੂਪ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਦੀ ਪ੍ਰਾਪਤੀ ਕਰੀਏ। ਹਾਂਜੀ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੀ। ਨਾਨਕ ਥਿਰ ਹਰ ਭਗਤ ਹੈ, ਤੇਹ ਰਾਖੋ ਮਨ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ